ਲੜੀਵਾਰ ਗੁਰਬਾਣੀ ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਪਾਵਨ ਬਚਨ ਆਪ ਜੀਆਂ ਨੇ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤੇ। ਅੰਮ੍ਰਿਤਮਈ ਬਾਣੀ ਦੀ ਕਥਾ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਮਾਣੇ ਜੇ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਅੰਮ੍ਰਿਤਮਈ ਬਾਣੀ ਦੇ ਦੁਆਰਾ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣ ਦਾ ਯਤਨ ਕਰ ਰਹੇ ਨੇ। ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀਓ। ਸਵਈਏ ਸ੍ਰੀ ਮੁਖ ਵਾਕਿਆ ਮਹਲਾ ਪੰਜਵਾ। ਸਰਬ ਗੁਣ ਨਿਧਾਨੰ ਕੀਮਤ ਨਾ ਗਿਆਨੰ ਧਿਆਨੰ। ਉੱਚੇ ਤੇ ਉੱਚੋ ਜਾਣੀਜੈ ਪ੍ਰਭ ਤੇਰੋ ਥਾਨੰ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਉਂਦੇ ਆ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੀ ਸਰਤਾਜ ਬਾਣੀ ਕੇ ਬੋਹਿਤ ਪ੍ਰਤੱਖ ਹਰੀ ਦਾ ਰੂਪ ਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਜੋ ਅੰਮ੍ਰਿਤ ਬਾਣੀ ਦਾ ਉਚਾਰਨ ਹੋਇਆ ਔਰ ਜਿਸ ਬਾਣੀ ਦਾ ਨਾਮ ਸਵਈਏ ਦੇ ਰੂਪ ਵਿੱਚ ਹੈ, ਇਸ ਅੰਮ੍ਰਿਤ ਬਾਣੀ ਵਿੱਚੋਂ ਅੱਜ ਆਪ ਜੀਆਂ ਨੇ ਚੌਥਾ ਸਵਈਆ ਸਰਵਨ ਕੀਤਾ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 1386 ਦੇ ਉੱਪਰ ਸੁਭਾਈਮਾਨ ਹੈ। ਇਸ ਅੰਮ੍ਰਿਤਮਈ ਬਾਣੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਅਕਾਲ ਉਸਤਤ ਕਰ ਰਹੇ ਹਨ। ਸੰਸਾਰ ਦੇ ਵਿੱਚ ਰਹਿਣ ਵਾਲੇ ਜੋ ਸੰਸਾਰੀ ਜੀਵ ਸੰਸਾਰੀ ਪ੍ਰਾਣੀ ਨੇ, ਉਹਨਾਂ ਨੂੰ ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਦੇ ਨਾਲ ਜੋੜਨ ਦਾ ਯਤਨ ਕਰ ਰਹੇ ਨੇ। ਕਿਉਂਕਿ ਅਸੀਂ ਸੰਸਾਰ ਨਾਲ ਤਾਂ ਜੁੜੇ ਹਾਂ, ਸੰਸਾਰ ਦੇ ਪਦਾਰਥਾਂ ਨਾਲ ਵੀ ਜੁੜੇ ਹਾਂ, ਇਸ ਕੁਦਰਤ ਦੇ ਕਣ ਕਣ ਦੇ ਨਾਲ ਤਾਂ ਜੁੜੇ ਹਾਂ, ਪਰ ਇਸ ਕੁਦਰਤ ਨੂੰ ਰਚਣ ਵਾਲੇ ਉਸ ਕਰਤੇ ਦੇ ਨਾਲ ਨਹੀਂ ਅਸੀਂ ਜੁੜੇ। ਸਾਨੂੰ ਸੰਸਾਰ ਦੀ ਜਾਣਕਾਰੀ ਤਾਂ ਹੈ, ਸੰਸਾਰ ਦਾ ਗਿਆਨ ਤਾਂ ਸਾਡੇ ਕੋਲ ਹੈ, ਪਰ ਸਾਡੇ ਪਾਸ ਨਿਰੰਕਾਰ ਦਾ ਗਿਆਨ ਨਹੀਂ। ਸਾਡੇ ਕੋਲ ਵਿਗਿਆਨ ਤੇ ਬਹੁਤ ਹੈ, ਪਰ ਸਾਡੇ ਕੋਲ ਬ੍ਰਹਮ ਗਿਆਨ ਨਹੀਂ। ਜੋ ਬਹਿਰੂਨੀ ਤਲ ਉਤੇ ਅਸੀਂ ਜ਼ਿੰਦਗੀ ਨੂੰ ਜੀ ਰਹੇ ਹਾਂ, ਠੀਕ ਹੈ, ਇਹ ਵਿਗਿਆਨਕ ਤਲ ਦੇ ਉੱਤੇ ਅਸੀਂ ਕਾਮਯਾਬ ਹੋਣਾ, ਤਰੱਕੀਆਂ ਕਰਨੀਆਂ, ਸਫਲਤਾਵਾਂ ਹਾਸਲ ਕਰਨੀਆਂ, ਪਰ ਸਾਡਾ ਜੀਵਨ ਇੱਕ ਤਲ ਤੇ ਨਹੀਂ, ਸਿਰਫ ਸਰੀਰਕ ਤਲ ਤੇ ਹੀ ਨਹੀਂ ਹੈ, ਸਾਡਾ ਜੀਵਨ ਆਤਮਿਕ ਤਲ ਤੇ ਵੀ ਹੈ। ਅਸੀਂ ਬਾਹਰ ਦਾ ਸਫ਼ਰ ਵੀ ਕਰਨਾ ਹੈ, ਅਸੀਂ ਅੰਦਰ ਅਧਿਆਤਮਿਕ ਸਫ਼ਰ ਵੀ ਤੈਅ ਕਰਨਾ ਹੈ। ਬਾਹਰੋਂ ਵੀ ਅਸੀਂ ਚੱਲਣਾ ਹੈ ਤੇ ਅੰਦਰੋਂ ਅਧਿਆਤਮਿਕ ਤਲ ਤੇ ਵੀ ਚੱਲਣਾ ਹੈ। ਬਾਹਰ ਦਾ ਸਫ਼ਰ ਸੰਸਾਰ ਤੋਂ ਸ਼ੁਰੂ ਹੁੰਦਾ ਹੈ ਤੇ ਸੰਸਾਰ ਤੇ ਮੁੱਕ ਜਾਂਦਾ ਹੈ। ਅਧਿਆਤਮਿਕ ਤਲ ਤੇ ਜਿਹੜਾ ਸਫ਼ਰ ਹੈ
ਉਹ ਨਿਰੰਕਾਰ ਤੱਕ ਦਾ ਹੈ। ਤੇ ਨਿਰੰਕਾਰ ਤੱਕ ਦਾ ਇਹ ਸਫ਼ਰ ਕੋਈ ਹੀ ਤੈਅ ਕਰ ਪਾਉਂਦਾ, ਨਹੀਂ ਤੇ ਸਭ ਅਧੂਰੇ ਹੀ ਰਹਿ ਜਾਂਦੇ ਨੇ, ਉਰਾਰ ਹੀ ਰਹਿ ਜਾਂਦੇ ਨੇ। ਪਾਰ ਤਾਂ ਕੋਈ ਹੀ ਲੰਘ ਪਾਉਂਦਾ ਹੈ। ਗੁਰੂ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕੀਤੀ ਜਾਂ ਸਾਡੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹ ਸੰਸਾਰੀ ਜੀਵ, ਮਨੁੱਖੀ ਜੀਵ, ਆ ਮੈਂ ਤੈਨੂੰ ਉਸ ਰਾਹ ਉਤੇ ਤੋਰਾਂ ਜਿਸ ਰਾਹ ਤੇ ਤੁਰਿਆ ਤੂੰ ਨਿਰੰਕਾਰ ਤੱਕ ਪਹੁੰਚ ਜਾਏ। ਔਰ ਇਹਦੇ ਵਾਸਤੇ ਸਾਨੂੰ ਬਾਹਰ ਕਿਸੇ ਸੜਕ ਤੇ, ਰੋਡ ਤੇ, ਹਾਈਵੇ ਤੇ ਚੱਲਣ ਦੀ ਲੋੜ ਨਹੀਂ। ਇਹਦੇ ਵਾਸਤੇ ਸਾਨੂੰ ਸ਼ਬਦ ਤੇ ਸੁਰਤ ਦੇ ਸੁਮੇਲ ਦੀ ਲੋੜ ਹੈ। ਸ਼ਬਦ ਔਰ ਸੁਰਤ ਨੂੰ ਜੋੜਨ ਦੀ ਲੋੜ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਹੀ ਇਹ ਜੁਗਤੀ ਚੱਲੀ ਆ ਰਹੀ ਹੈ ਕਿ ਸ਼ਬਦ ਗੁਰੂ, ਸੁਰਤ ਧੁਨ ਚੇਲਾ। ਅਸੀਂ ਸੁਰਤ ਨੂੰ ਨਾਲ ਜੋੜਨਾ ਹੈ ਸ਼ਬਦ ਦੇ, ਤੇ ਸ਼ਬਦ ਦੀ ਰੋਸ਼ਨੀ ਵਿੱਚ ਸੁਰਤ ਨਾਲ ਚੱਲਣਾ ਹੈ। ਇਹ ਸਾਡੇ ਅੰਦਰ ਦਾ ਸਫ਼ਰ ਜਿਹੜਾ ਬ੍ਰਹਮ ਦੇ ਗਿਆਨ ਦਾ ਮਤਲਬ ਹੁੰਦਾ ਰੋਸ਼ਨੀ। ਬ੍ਰਹਮ ਦਾ ਜੋ ਗਿਆਨ ਸਾਨੂੰ ਗੁਰਬਾਣੀ ਵਿੱਚੋਂ ਮਿਲਦਾ ਹੈ, ਉਸ ਰੋਸ਼ਨੀ ਵਿੱਚ ਇਹ ਸਫ਼ਰ ਤੈਅ ਹੋਣਾ ਹੈ। ਬਾਹਰ ਦਾ ਸਫ਼ਰ ਤੇ ਰਾਤ ਨੂੰ ਵੀ ਕਈ ਐਸੇ ਨੇ ਜਿਹੜੇ ਰਾਤ ਨੂੰ ਹੀ ਸਫ਼ਰ ਕਰਦੇ ਨੇ। ਇਸ ਲਈ ਸਾਹਿਬ ਕਹਿੰਦੇ ਤੁਸੀਂ ਜਿਹੜੇ ਮਾਰਗ ਤੇ ਤੁਰ ਰਹੇ ਹੋ, ਇਹ ਮਾਰਗ ਤੁਹਾਡਾ ਗਲਤ ਹੈ। ਅਸਲ ਰਸਤੇ ਵਿੱਚ ਜੇ ਤੁਸੀਂ ਆਉਣਾ ਹੈ ਤਾਂ ਤੁਹਾਨੂੰ ਗੁਰਬਾਣੀ ਦਾ ਗਿਆਨ ਹੋਣਾ ਜ਼ਰੂਰੀ ਹੈ। ਤੇ ਗੁਰੂ ਸਾਹਿਬ ਕਰਦੇ ਵੀ ਕੀ ਨੇ? ਭੂਲੇ ਮਾਰਗ ਜਿਨਹਿ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ। ਸਾਨੂੰ ਭੁੱਲੇ ਹੋਏ ਨੂੰ ਮਾਰਗ ਤੇ ਪਾਉਂਦੇ ਨੇ। ਸੰਸਾਰ ਤੋਂ ਨਿਰੰਕਾਰ ਤੱਕ ਦਾ ਸਫ਼ਰ ਹੈ। ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨੂੰ ਸਮਝਣਾ, ਕੁਦਰਤ ਨੂੰ ਵੇਖ ਕੇ ਕਰਤਾਰ ਨੂੰ ਸਮਝਣਾ ਕਿ ਇਸ ਕੁਦਰਤ ਵਿੱਚ ਹੀ ਉਹ ਕਰਤਾ ਵਸਦਾ ਹੈ, ਕੋਈ ਵੱਖਰੀ ਥਾਂ ਤੇ ਨਹੀਂ। ਬਸ ਕੁਦਰਤ ਵਿੱਚ ਕਰਤੇ ਨੂੰ ਮਹਿਸੂਸ ਕਰਨਾ ਹੈ, ਉਹਨੂੰ ਜਾਣਨਾ ਹੈ। ਬੜੀਆਂ ਉਦਾਹਰਨਾਂ ਦਿੱਤੀਆਂ ਨੇ, ਜਿਵੇਂ ਦੁੱਧ ਵਿੱਚ ਘਿਓ, ਮੱਖਣ ਵਸਦਾ ਹੈ, ਪਰ ਉਹਦੇ ਵਾਸਤੇ ਇੱਕ ਤਰੀਕਾ, ਇੱਕ ਜੁਗਤੀ ਹੈ ਉਹਨੂੰ ਬਾਹਰ ਲਿਆਉਣ ਵਾਸਤੇ। ਇਸੇ ਤਰ੍ਹਾਂ ਇਹ ਵੀ ਇੱਕ ਰਮਜ਼ ਹੈ ਕਿ ਉਹ ਸੰਸਾਰ ਦੇ ਵਿੱਚ ਹੈ, ਸੰਸਾਰ ਵਿੱਚ ਨਿਰੰਕਾਰ ਹੈ, ਕੁਦਰਤ ਵਿੱਚ ਕਰਤਾਰ ਹੈ, ਪਰ ਜੁਗਤੀ ਚਾਹੀਦੀ ਹੈ ਜਿਹਦੇ ਨਾਲ ਅਸੀਂ ਕੁਦਰਤ ਵਿੱਚ ਵੀ ਉਹਨੂੰ ਵੇਖ ਸਕੀਏ, ਸੰਸਾਰ ਵਿੱਚ ਵੀ ਅਸੀਂ ਨਿਰੰਕਾਰ ਨੂੰ ਮਹਿਸੂਸ ਕਰ ਸਕੀਏ। ਤੇ ਉਹ ਜੁਗਤੀ ਹੈ ਗੁਰਬਾਣੀ। ਗੁਰ ਕਿਰਪਾ ਜਹ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਜਦੋਂ ਇਹ ਰਮਜ਼ ਸਾਡੇ ਖੁੱਲ ਗਈ, ਸਾਡੇ ਜੀਵਨ ਵਿੱਚੋਂ ਇਹ ਭੇਦ ਸਾਨੂੰ ਸਮਝ ਆ ਗਿਆ, ਫਿਰ ਅਸੀਂ ਨਿਰੰਕਾਰ ਵਿੱਚ ਸਮਾ ਜਾਵਾਂਗੇ। ਫਿਰ ਜੋਤ, ਪਰਮ ਜੋਤ ਵਿੱਚ ਜਾ ਕੇ ਸਮਾ ਜਾਏਗੀ। ਅਸਲ ਵਿੱਚ ਅਸੀਂ ਨਿਰੰਕਾਰ ਵਿੱਚ ਸਮਾਉਣ ਵਾਸਤੇ ਹੀ ਇਹ ਮਨੁੱਖਾ ਦੇਹੀ ਨੂੰ ਪ੍ਰਾਪਤ ਕੀਤਾ ਕਿ ਇਸ ਜਨਮ ਵਿੱਚ ਐਸਾ ਕਰਮ ਕਰੀਏ, ਐਸਾ ਗਿਆਨ ਲਈਏ, ਐਸੀ ਸਾਨੂੰ ਸੋਝੀ ਆ ਜਾਏ ਜਿਹਦੇ ਨਾਲ ਅਸੀਂ ਸਦਾ ਲਈ ਨਿਰੰਕਾਰ ਵਿੱਚ ਲੀਨ ਹੋ ਜਾਈਏ। ਤੇ ਉਹ ਵੀ ਸੋਝੀ ਗੁਰੂ ਤੋਂ ਬਿਨਾਂ ਨਹੀਂ ਹੋਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਅਸੀਂ ਗੁਰੂ ਸਾਹਿਬ ਜੀ ਦੇ ਕੋਲ ਜਾਂ ਗੁਰਬਾਣੀ ਦਾ ਆਸਰਾ ਇਸ ਲਈ ਲੈਣਾ ਹੈ ਕਿ ਸਾਨੂੰ ਸੰਸਾਰ ਵਿੱਚ ਇੱਕ ਨਿਰੰਕਾਰ ਦੀ ਸਮਝ ਆ ਜਾਏ। ਸਾਨੂੰ ਇਸ ਸੰਸਾਰ ਦੇ ਜਿਹੜੇ ਬਹੁ ਰੰਗ ਨੇ, ਇਹਨਾਂ ਬਹੁ ਰੰਗਾਂ ਦੇ ਵਿੱਚੋਂ ਦੀ ਇੱਕ ਰੰਗ ਦੀ ਸਮਝ ਆ ਜਾਏ। ਇਸੇ ਲਈ ਸਾਹਿਬ ਨੇ ਆਰੰਭ ਵਿੱਚ ਇੱਕ ਓੰਕਾਰ ਦਾ ਉਚਾਰਨ ਕੀਤਾ ਕਿ ਇਹ ਸਾਰੀ ਬਾਣੀ ਜਿਹੜੀ ਹੈ ਉਹ ਇੱਕ ਓੰਕਾਰ ਨੂੰ ਸਮਝਣ ਵਾਸਤੇ, ਜਾਣਨ ਵਾਸਤੇ ਔਰ ਉਹਦੇ ਵਿੱਚ ਸਮਾ ਜਾਣ ਵਾਸਤੇ ਹੈ।
ਗੁਰਬਾਣੀ ਨੂੰ ਅਸੀਂ ਪਹਿਲੇ ਪੜ੍ਹਨਾ, ਸੁਣਨਾ, ਔਰ ਸੁਣ ਕੇ ਪੜ੍ਹ ਕੇ ਫਿਰ ਇਹਨੂੰ ਅਸੀਂ ਵਿਚਾਰਨਾ, ਵਿਚਾਰ ਕੇ ਸਮਝਣਾ। ਜਿਸ ਦਿਨ ਸਮਝ ਜਾਵਾਂਗੇ ਉਸ ਦਿਨ ਆਪੇ ਹੀ ਸਮਾ ਜਾਵਾਂਗੇ। ਇਹਨੂੰ ਵਿਚਾਰਨ ਦੀ ਲੋੜ ਹੈ। ਤੋ ਅੱਜ ਦੇ ਅੰਮ੍ਰਿਤ ਬਚਨਾਂ ਵਿੱਚ ਗੁਰੂ ਸਾਹਿਬ ਜੀ ਸਾਨੂੰ ਗਿਆਨ ਦੇ ਰਹੇ ਨੇ ਕਿ ਉਹ ਪਰਮੇਸ਼ਵਰ ਇੱਕ ਅਕਾਲ ਪੁਰਖ, ਜਿਹਨੂੰ ਅਸੀਂ ਪ੍ਰਭੂ ਵੀ ਕਹਿੰਦੇ ਹਾਂ, ਪਰਮਾਤਮਾ ਵੀ ਕਹਿੰਦੇ ਹਾਂ, ਰੱਬ ਵੀ ਕਹਿੰਦੇ ਹਾਂ, ਅੱਲਾਹ ਵੀ ਕਹਿੰਦੇ ਹਾਂ। ਇੱਕ ਪਰਮੇਸ਼ਵਰ ਜਿਹੜਾ ਹੈ, ਜਿੰਨੇ ਵੀ ਸ਼ੁਭ ਗੁਣ ਨੇ ਉਹ ਸਾਰੇ ਗੁਣਾਂ ਦਾ ਖਜ਼ਾਨਾ ਹੈ। ਤੇ ਉਹਦੇ ਖਜ਼ਾਨੇ ਵਿੱਚ ਕਿੰਨੇ ਗੁਣ ਭਰੇ ਪਏ ਨੇ ਇਹਦਾ ਕੋਈ ਹਿਸਾਬ ਨਹੀਂ, ਕੋਈ ਇਹਦੀ ਗਿਣਤੀ ਨਹੀਂ, ਕੋਈ ਇਹਦੀ ਮਿਣਤੀ ਨਹੀਂ, ਕੋਈ ਮਾਪ ਤੋਲ ਹੀ ਨਹੀਂ ਹੈ ਕਿ ਉਹਦੇ ਖਜ਼ਾਨੇ ਦੇ ਵਿੱਚ ਕਿੰਨਾ ਕੁ ਸ਼ੁਭ ਗੁਣਾਂ ਦਾ ਖਜ਼ਾਨਾ ਭਰਿਆ ਹੈ। ਦੁਨਿਆਵੀ ਤਲ ਉਤੇ ਤਾਂ ਖਜ਼ਾਨੇ ਜਿੰਨੇ ਮਰਜ਼ੀ ਭਰੇ ਪਏ ਹੋਣ, ਉਹਦੀ ਗਿਣਤੀ ਮਿਣਤੀ ਕੀਤੀ ਜਾ ਸਕਦੀ ਹੈ, ਉਹਦਾ ਮਾਪ ਤੋਲ ਕੀਤਾ ਜਾ ਸਕਦਾ ਹੈ, ਦੱਸਿਆ ਜਾ ਸਕਦਾ ਹੈ, ਅੰਦਾਜ਼ਾ ਵੀ ਲਾਇਆ ਜਾ ਸਕਦਾ ਹੈ। ਪਰ ਜਿਹੜੇ ਗੁਣਾਂ ਦਾ, ਸ਼ੁਭ ਗੁਣਾਂ ਦਾ ਖਜ਼ਾਨਾ ਮਾਲਕ ਦੇ ਨਾਮ ਦਾ ਭਰਿਆ ਪਿਆ ਹੈ, ਉਹਦਾ ਤੇ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਇਸ ਲਈ ਗੁਰੂ ਸਾਹਿਬ ਕਹਿੰਦੇ ਸਰਬ ਗੁਣ ਨਿਧਾਨੰ, ਉਹ ਪਰਮੇਸ਼ਵਰ ਜਿਹਦਾ ਨਾਮ ਸ਼ੁਭ ਗੁਣਾਂ ਨਾਲ ਭਰਪੂਰ ਹੈ, ਉਹ ਸਰਬ ਗੁਣ ਜਿੰਨੇ ਵੀ ਸ਼ੁਭ ਗੁਣ ਨੇ, ਨਿਧਾਨੰ ਦਾ ਅਰਥ ਹੁੰਦਾ ਖਜ਼ਾਨਾ, ਉਹ ਸ਼ੁਭ ਗੁਣਾਂ ਦਾ ਖਜ਼ਾਨਾ ਹੈ। ਤੇ ਜਦੋਂ ਵੀ ਗੁਣ ਤੇ ਅਵਗੁਣ ਦੀ ਗੱਲ ਚੱਲਦੀ ਹੈ ਤੇ ਆਪ ਜੀ ਨਾਲ ਜ਼ਰੂਰ ਬੇਨਤੀ ਕਰਕੇ ਸਾਂਝ ਪਾਈਦੀ ਹੈ ਕਿ ਜਦੋਂ ਅਸੀਂ ਗੁਰੂ ਗ੍ਰੰਥ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਲਈ ਖਜ਼ਾਨਾ ਹੈ, ਅਸੀਂ ਇਸ ਖਜ਼ਾਨੇ ਵਿੱਚੋਂ ਦੀ ਸ਼ਬਦ ਰੂਪੀ ਕੀਮਤੀ ਰਤਨ, ਹੀਰੇ, ਮੋਤੀ ਜਿਹੜੇ ਨੇ ਉਹ ਇਕੱਠੇ ਕਰਨੇ ਨੇ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਇਹ ਰਤਨ ਹੈ ਔਰ ਇਹਦੇ ਵਿੱਚ ਸ਼ੁਭ ਗੁਣਾਂ ਦੇ ਹੀਰੇ ਜਿਹੜੇ ਨੇ, ਜਿਹੜੇ ਆਪਾਂ ਇਕੱਠੇ ਕਰਨੇ ਨੇ। ਗੁਰ ਸਾਗਰ ਰਤਨੀ ਭਰਪੂਰੇ, ਗੁਰੂ ਸਾਹਿਬ ਇਹ ਜਿਹੜਾ ਰਤਨਾਂ ਦੀ ਖਾਨ ਹੈ, ਜਿਹਦੇ ਵਿੱਚੋਂ ਅਸੀਂ ਸ਼ੁਭ ਗੁਣ ਇਕੱਠੇ ਕਰਨੇ ਨੇ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਵੇਂ ਪਹਾੜਾਂ ਵਿੱਚ ਖਜ਼ਾਨਾ ਹੁੰਦਾ ਹੈ, ਜੰਗਲਾਂ ਵਿੱਚ ਬੜਾ ਕੀਮਤੀ ਖਜ਼ਾਨਾ ਹੁੰਦਾ ਹੈ, ਸਮੁੰਦਰ ਦੀ ਗਹਿਰਾਈ ਵਿੱਚ ਬੜਾ ਖਜ਼ਾਨਾ, ਇਸੇ ਤਰ੍ਹਾਂ ਗੁਰਬਾਣੀ ਵਿੱਚ ਵੀ ਬਹੁਤ ਖਜ਼ਾਨਾ ਹੈ। ਪਰ ਉਹਨੂੰ ਖੋਜਣਾ ਪਏਗਾ ਔਰ ਉਹਨੂੰ ਖੋਜ ਕੇ ਉਹਨੂੰ ਇਕੱਠਾ ਕਰਨਾ ਪਏਗਾ। ਤੇ ਗੁਰੂ ਸਾਹਿਬ ਵੀ ਕਹਿੰਦੇ ਨੇ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਆ ਜਿਹੜਾ ਸੀ ਖਜ਼ਾਨਾ, ਇਹਨੂੰ ਖੋਲ ਦਿੱਤਾ। ਹੁਣ ਤੁਸੀਂ ਇਸ ਖਜ਼ਾਨੇ ਵਿੱਚੋਂ ਜਿੰਨੇ ਗੁਣ ਲੈ ਸਕਦੇ ਹੋ ਲੈ ਲਓ, ਪਰ ਖਜ਼ਾਨਾ ਨਹੀਂ ਮੁੱਕਦਾ। ਇਸ ਖਜ਼ਾਨੇ ਦੇ ਵਿੱਚ ਤੋਟ ਨਹੀਂ ਆਏਗੀ, ਇਹ ਖਜ਼ਾਨਾ ਭਰਪੂਰ ਹੈ, ਇਹ ਕਦੇ ਨਹੀਂ ਮੁੱਕਦਾ। ਬਸ ਜਿੰਨੀ ਗਹਿਰਾਈ ਵਿੱਚ ਜਾਂਦੇ ਜਾਓਗੇ ਉਨਾ ਹੀ ਹੋਰ ਖਜ਼ਾਨਾ ਤੁਸੀਂ ਕੀਮਤੀ ਇਹਦੇ ਵਿੱਚੋਂ ਲੈਂਦੇ ਜਾਓਗੇ। ਕਿਉਂਕਿ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜਈ ਸੋਈ ਸੋਈ ਨਿਪ ਜਾਵਈ। ਜਿਹੜਾ ਜਿਹੜਾ ਖੋਜ ਕਰੇਗਾ, ਤੇ ਰੋਜ਼ ਅਰਦਾਸ ਤੋਂ ਬਾਅਦ ਪੜ੍ਹਦੇ ਕੀ ਆ ਆਪਾਂ, ਇਹੀ ਤੇ ਪੜ੍ਹਦੇ ਆ, ਜੋ ਪ੍ਰਭ ਕੋ ਮਿਲਵੋ ਚਾਹੈ ਖੋਜ ਸ਼ਬਦ ਮੈਂ ਲੈ। ਜੇ ਪ੍ਰਭ ਨੂੰ ਮਿਲਣਾ ਸੀ ਤਾਂ ਸਾਨੂੰ ਸ਼ਬਦ ਵਿੱਚੋਂ ਖੋਜਣਾ ਪੈਣਾ ਸੀ, ਅਸੀਂ ਸ਼ਬਦ ਨੂੰ ਵਿੱਚੋਂ ਖੋਜ ਕਰਨੀ ਸੀ ਕਿ ਉਸ ਪ੍ਰਭ ਨੂੰ, ਪ੍ਰਭੂ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ, ਸੰਸਾਰ ਵਿੱਚ ਰਹਿ ਕੇ ਨਿਰੰਕਾਰ ਨਾਲ ਕਿਵੇਂ ਜੁੜਿਆ ਜਾ ਸਕਦਾ ਹੈ, ਕੁਦਰਤ ਨੂੰ ਵੇਖ ਕੇ ਕਰਤੇ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ। ਖੋਜ ਸ਼ਬਦ ਮੈਂ ਲੈ, ਅਸੀਂ ਇਸ ਸ਼ਬਦ ਵਿੱਚ ਉਹਦੀ ਖੋਜ ਕਰਨੀ ਸੀ। ਤੇ ਖੋਜ ਕਰਨੀ ਕਿੱਥੋਂ ਸੀ? ਦਿਲ ਵਿੱਚੋਂ। ਸਾਹਿਬ ਕਹਿੰਦੇ ਨਾ ਤੂੰ ਸ਼ਬਦ ਨੂੰ ਖੋਜ ਸਕਿਆ ਤੇ ਨਾ ਆਪਣੇ ਦਿਲ ਨੂੰ ਖੋਜ ਸਕਿਆ, ਫਿਰ ਪਰੇਸ਼ਾਨੀਆਂ ਕਿੱਥੋਂ ਮੁੱਕਣੀਆਂ ਸੀ ਤੇਰੀਆਂ? ਤੇਰੀਆਂ ਪਰੇਸ਼ਾਨੀਆਂ ਘਟਣ ਦੀ ਬਜਾਏ ਸਗੋਂ ਵੱਧਦੀਆਂ ਗਈਆਂ, ਵੱਧਦੀਆਂ, ਇੰਨਾ ਪਰੇਸ਼ਾਨ ਹੋ ਗਿਆ ਹੁਣ ਤੇ ਗੁਰਬਾਣੀ ਪੜ੍ਹਨ ਲੱਗਿਆਂ ਵੀ ਤੇਰਾ ਧਿਆਨ ਨਹੀਂ ਟਿਕਦਾ।
ਗੁਰਬਾਣੀ ਪੜ੍ਹਨ ਲੱਗਿਆਂ ਵੀ ਤੇਰਾ ਮਨ ਨਹੀਂ ਟਿਕਦਾ, ਪਰੇਸ਼ਾਨੀਆਂ ਹੀ ਇੰਨੀਆਂ ਵੱਧ ਗਈਆਂ। ਹੁਣ ਗੁਰਬਾਣੀ ਪੜ੍ਹਦਾ ਸੁਣਦਾ ਤੇ ਹੈ, ਪਰ ਧਿਆਨ ਕਿਤੇ ਹੋਰ, ਸੁਰਤ ਕਿਤੇ ਹੋਰ, ਮਨ ਭਟਕਦਾ ਰਹਿੰਦਾ। ਕਿਉਂ? ਕਿਉਂਕਿ ਪਰੇਸ਼ਾਨੀਆਂ ਹੀ ਇੰਨੀਆਂ। ਸਾਹਿਬ ਕਹਿੰਦੇ ਜੇ ਤੂੰ ਸ਼ਬਦ ਵਿੱਚੋਂ ਖੋਜਦਾ, ਆਪਣੇ ਦਿਲ ਵਿੱਚੋਂ ਖੋਜਦਾ, ਤੇ ਪਰੇਸ਼ਾਨੀਆਂ ਵਧਣੀਆਂ ਨਹੀਂ ਸਗੋਂ ਘਟ ਜਾਣੀਆਂ ਸੀ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਤੇਰੇ ਅੰਦਰ ਕੋਈ ਪਰੇਸ਼ਾਨੀ ਰਹਿਣੀ ਨਹੀਂ ਸੀ, ਪਰ ਸਾਨੂੰ ਪੱਥਰ ਖੋਜਣਾ ਤੇ ਆ ਗਿਆ, ਸਾਨੂੰ ਜੰਗਲ ਖੋਜਣਾ ਤੇ ਆ ਗਿਆ, ਪਹਾੜ ਖੋਜਣੇ ਤਾਂ ਆ ਗਏ, ਸਾਨੂੰ ਦਰਿਆ ਖੋਜਣੇ ਤਾਂ ਆ ਗਏ, ਪਰ ਮਾਫ ਕਰਨਾ ਸਾਨੂੰ ਸ਼ਬਦ ਦੀ ਖੋਜ ਕਰਨੀ ਨਹੀਂ ਆਈ। ਨਾ ਆਪਣੇ ਦਿਲ ਵਿੱਚੋਂ ਉਹਨੂੰ ਖੋਜਣ ਦੀ ਜਾਚ ਆਈ। ਬਸ ਇਹ ਦੋ ਚੀਜ਼ਾਂ ਸਾਨੂੰ ਸਮਝ ਆ ਜਾਂਦੀਆਂ ਤੇ ਪਰੇਸ਼ਾਨੀਆਂ ਘਟ ਜਾਣੀਆਂ ਸੀ, ਮੁੱਕ ਜਾਣੀਆਂ ਸੀ। ਸਾਹਿਬ ਕਹਿੰਦੇ ਖੋਜ, ਇੱਕ ਸ਼ਬਦ ਵਿੱਚ ਖੋਜ ਤੇ ਇੱਕ ਆਪਣੇ ਦਿਲ ਵਿੱਚ ਖੋਜ ਲੈ, ਪਰੇਸ਼ਾਨੀਆਂ ਸਭ ਚਿੰਤਾਵਾਂ ਤੇਰੀਆਂ ਮੁੱਕ ਜਾਣਗੀਆਂ। ਇਸ ਲਈ ਕਹਿ ਰਹੇ ਨੇ ਕਿ ਉਹ ਪਰਮੇਸ਼ਵਰ ਦਾ ਨਾਮ ਸ਼ੁਭ ਗੁਣਾਂ ਨਾਲ ਭਰਪੂਰ ਹੈ। ਉਹ ਨਿਧਾਨੰ, ਉਹ ਖਜ਼ਾਨਾ ਹੈ, ਉਹ ਐਸਾ ਖਜ਼ਾਨਾ ਹੈ, ਕੀਮਤ ਨਾ ਗਿਆਨੰ ਧਿਆਨੰ। ਦੋ ਅਰਥ ਇਹਦੇ ਆਪਾਂ ਕਰਾਂਗੇ ਕਿ ਜਿਹੜਾ ਇਸ ਖਜ਼ਾਨੇ ਦੇ ਵਿੱਚ ਗਿਆਨ ਹੈ ਔਰ ਜਿਹਦਾ ਧਿਆਨ, ਜਿਹਦੇ ਨਾਲ ਸਾਡੇ ਅੰਦਰ ਸੁੰਨ ਅਵਸਥਾ ਜਿਹੜੀ ਹੈ, ਜਿਹੜੀ ਅੰਦਰ ਦੀ ਸਾਡੀ ਸਮਾਧੀ ਲੱਗ ਜਾਏ। ਗੁਰਬਾਣੀ ਵਿੱਚ ਬਾਹਰ ਦੀ ਸਮਾਧੀ ਦਾ ਜ਼ਿਕਰ ਹੀ ਨਹੀਂ ਕੀਤਾ। ਹਾਂ, ਜੇ ਜ਼ਿਕਰ ਕੀਤਾ ਤੇ ਇਹ ਕੀਤਾ ਵੀ ਜੇ ਬਾਹਰੋਂ ਸਮਾਧੀ ਲੱਗ ਗਈ, ਅੰਦਰ ਮਨ ਦੀ ਨਾ ਲੱਗੀ, ਤੇ ਫਿਰ ਤੁਹਾਡਾ ਜੀਵਨ ਬਗਲੇ ਦੀ ਤਰ੍ਹਾਂ ਹੋ ਜਾਣਾ ਹੈ। ਜਿਹੜਾ ਬਾਹਰੋਂ ਤਾਂ ਸਮਾਧੀ ਲਾ ਕੇ ਬਹਿ ਜਾਂਦਾ ਹੈ, ਪਰ ਅੰਦਰ ਉਹਦਾ ਧਿਆਨ ਹੁੰਦਾ ਡੱਡੀਆਂ ਤੇ ਮੱਛੀਆਂ ਵੱਲ, ਫਿਰ ਬਗਲ ਸਮਾਧੀ ਹੋ ਜਾਏਗੀ। ਸਾਹਿਬ ਕਹਿੰਦੇ ਮੈਂ ਤੈਨੂੰ ਤਨ ਦੀ ਸਮਾਧੀ ਨਹੀਂ ਲਵਾਉਣੀ, ਤੇਰੀ ਸਮਾਧੀ ਲਵਾਉਣੀ ਹੈ ਮਨ ਦੀ। ਤੇਰੇ ਮਨ ਦੇ ਵਿੱਚ ਜਿਹੜਾ ਹੈ ਉਹ ਆਸਣ ਲੱਗ ਜਾਏ, ਮਨ ਵਿੱਚ ਸੁੰਨ ਅਵਸਥਾ ਜਿਹੜੀ ਹੈ ਉਹ ਤੇਰੀ ਹੋ ਜਾਏ, ਮਨ ਤੇਰਾ ਸੁਚੇਤ ਹੋ ਜਾਏ, ਸਾਵਧਾਨ ਹੋ ਜਾਏ, ਤਾਂ ਸਾਹਿਬ ਕਹਿੰਦੇ ਆ ਫਿਰ ਜਾ ਕੇ ਤੈਨੂੰ ਇਹ ਸਫਲਤਾ ਹਾਸਲ ਹੋਣੀ ਹੈ। ਤੋ ਜਿਹੜਾ ਇਸ ਖਜ਼ਾਨੇ ਵਿੱਚ ਗਿਆਨ ਹੈ ਔਰ ਸੁਰਤ ਨੂੰ ਜੋੜਨ ਵਾਸਤੇ, ਧਿਆਨ ਲਾਉਣ ਵਾਸਤੇ ਜੋ ਖਜ਼ਾਨਾ ਹੈ, ਕਹਿੰਦੇ ਕੀਮਤ ਨਾ, ਉਹਦੀ ਕੀਮਤ ਨਹੀਂ ਦੱਸੀ ਜਾ ਸਕਦੀ। ਇੱਕ ਤਾਂ ਅਰਥ ਇਹਦੇ ਬਣਨਗੇ। ਦੂਜੇ ਅਰਥ ਕਿ ਜਿਹੜਾ ਸਰਵ ਗੁਣ ਨਿਧਾਨੰ, ਜੋ ਸਾਰੇ ਗੁਣਾਂ ਦਾ ਖਜ਼ਾਨਾ ਹੈ ਪਰਮੇਸ਼ਵਰ ਦਾ ਨਾਮ, ਕਹਿੰਦੇ ਕੀਮਤ ਨਾ ਗਿਆਨੰ, ਤੇਰੇ ਕੋਲ ਜਿੰਨਾ ਮਰਜ਼ੀ ਗਿਆਨ ਹੋਵੇ, ਜਿੰਨਾ ਮਰਜ਼ੀ ਤੂੰ ਧਿਆਨ ਲਾਉਂਦਾ ਹੋਵੇਂ, ਜਿੰਨਾ ਮਰਜ਼ੀ ਤੂੰ ਆਪਣੇ ਧਿਆਨ ਨੂੰ ਲਾਉਂਦਾ ਹੋਵੇਂ, ਗਿਆਨ ਜਿੰਨਾ ਮਰਜ਼ੀ ਹੋਵੇ, ਪਰ ਤੇਰੇ ਕੋਲ ਇੰਨਾ ਗਿਆਨ ਧਿਆਨ ਨਹੀਂ ਕਿ ਤੂੰ ਉਸ ਮਾਲਕ ਦੇ ਸ਼ੁਭ ਗੁਣਾਂ ਦੀ ਕੀਮਤ ਜਿਹੜੀ ਹੈ ਉਹਨੂੰ ਤੂੰ ਬਿਆਨ ਕਰ ਸਕੇ। ਤੇਰੇ ਕੋਲ ਇੰਨਾ ਗਿਆਨ ਨਹੀਂ, ਕੋਈ ਐਸਾ ਗਿਆਨ ਨਹੀਂ ਜਿਹੜਾ ਉਹਦੀ ਕੀਮਤ ਨੂੰ ਬਿਆਨ ਕਰ ਸਕੇ, ਉਹਦੀ ਕੀਮਤ ਨੂੰ ਦੱਸ ਸਕੇ। ਉਹਦੀ ਕੀਮਤ ਦੱਸੀ ਨਹੀਂ ਜਾ ਸਕਦੀ, ਉਹਦਾ ਮੁੱਲ ਪਾਇਆ ਹੀ ਨਹੀਂ ਜਾ ਸਕਦਾ, ਕਿਉਂਕਿ ਉਹ ਤੇ ਅਮੁੱਲ ਹੈ, ਅਮੋਲਕ ਹੈ। ਤੇ ਜਿਹੜਾ ਅਮੁੱਲ, ਜਿਹਦਾ ਮੁੱਲ ਪਾਇਆ ਹੀ ਨਹੀਂ ਜਾ ਸਕਦਾ, ਉਹਦਾ ਅਸੀਂ ਮੁੱਲ ਕਿਵੇਂ ਪਾ ਲਾਂਗੇ, ਉਹਦੀ ਕੀਮਤ ਕਿਵੇਂ ਦੱਸ ਸਕਦੇ ਹਾਂ? ਇਹ ਦੱਸੀ ਨਹੀਂ ਜਾ ਸਕਦੀ। ਸ਼ੁਭ ਗੁਣ ਆਪਾਂ ਇਕੱਠੇ ਕਰਨ ਆਏ ਹਾਂ, ਇਹਦਾ ਮੁੱਲ ਪਾਉਣ ਵਾਸਤੇ ਨਹੀਂ। ਕਈ ਵਾਰ ਬੰਦਾ ਮਾਇਆਵੀ ਖੇਡ ਖੇਡਦਿਆਂ ਹੋਇਆਂ ਕਹਿ ਦਿੰਦਾ ਹੈ ਕਿ ਮੈਨੂੰ ਨਿਤਨੇਮ ਨਾ ਕਰਨਾ ਪਏ, ਮੈਨੂੰ ਪਾਠ ਨਾ ਕਰਨਾ ਪਏ, ਨਾ ਮੈਨੂੰ ਗੁਰਬਾਣੀ ਸੁਣਨੀ ਪਏ, ਨਾ ਮੈਨੂੰ ਗੁਰਬਾਣੀ ਪੜ੍ਹਨੀ ਪਏ, ਬਸ ਸਭ ਕੁਝ ਮਾਇਆ ਤਲ ਤੇ ਕੀਤਾ ਕਰਾਇਆ ਮਿਲ ਜਾਏ। ਇਹਦਾ ਮਤਲਬ ਅਸੀਂ ਕਿਤੇ ਨਾ ਕਿਤੇ ਗੁਰਬਾਣੀ ਦਾ ਮੁੱਲ ਨਹੀਂ ਪਾ ਰਹੇ, ਕਿਤੇ ਨਾ ਕਿਤੇ ਅਸੀਂ ਆਪਣੇ ਮਾਇਆ ਦੀ ਖੇਡ ਵਿੱਚ ਗੁਰਬਾਣੀ ਨੂੰ ਖਰੀਦਣ ਦਾ ਯਤਨ ਤਾਂ ਨਹੀਂ ਕਰ ਰਹੇ। ਕਿਉਂਕਿ ਸਾਹਿਬ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ। ਉਹ ਕਹਿੰਦਾ ਮੈਂ ਤੇ ਅੰਨਾ ਵੀ ਹਾਂ, ਬੋਲਾ ਵੀ ਹਾਂ, ਨਾ ਮੈਨੂੰ ਦਿਸਦਾ ਹੈ ਤੇ ਨਾ ਮੈਨੂੰ ਸੁਣਦਾ ਹੈ। ਹਾਂ, ਮਾਇਆ ਧਾਰੀ ਹਾਂ ਤੇ ਮਾਇਆ ਦੀ ਖੇਡ ਵਿੱਚ ਮੈਂ ਸਭ ਕੁਝ ਖਰੀਦ ਸਕਦਾ, ਪਰ ਅਸੀਂ ਗੁਰਬਾਣੀ ਦਾ ਮੁੱਲ ਨਹੀਂ ਪਾ ਸਕਦੇ।
ਅਸੀਂ ਇਸ ਨਾਮ ਦੀ ਕੀਮਤ ਦੇ ਸਕਦੇ ਹਾਂ ਤੇ ਨਾ ਹੀ ਅੰਦਾਜ਼ਾ ਲਾ ਸਕਦੇ ਹਾਂ। ਸਾਡੇ ਕੋਲ ਇੰਨਾ ਗਿਆਨ ਧਿਆਨ ਹੀ ਨਹੀਂ ਹੈ ਕਿ ਅਸੀਂ ਉਹਦੀ ਕੀਮਤ ਨੂੰ ਬਿਆਨ ਕਰ ਸਕੀਏ। ਅਸੀਂ ਤੇ ਇਹ ਕਹਿ ਸਕਦੇ ਹਾਂ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਇਹ ਕਹਿ ਸਕਦੇ ਹਾਂ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਹ ਤਾਂ ਕਹਿ ਸਕਦੇ ਹਾਂ ਵੀ ਨਾ ਗਿਆਨ ਹੈ ਨਾ ਧਿਆਨ ਹੈ, ਪਰ ਇਹ ਨਹੀਂ ਕਹਿ ਸਕਦੇ ਮੈਂ ਏਡਾ ਵੱਡਾ ਗਿਆਨੀ ਹੋ ਗਿਆ, ਮੇਰੇ ਕੋਲ ਇੰਨਾ ਗਿਆਨ ਹੈ ਮੈਂ ਤੇ ਕੀਮਤ ਪਾ ਸਕਦਾ, ਮੈਂ ਏਡਾ ਵੱਡਾ ਧਿਆਨੀ ਹੋ ਗਿਆ, ਮੈਂ ਇਹਨਾਂ ਸੁਰਤ ਨੂੰ ਜੋੜ ਕੇ ਸਮਾਧੀ ਲਾ ਕੇ ਮੈਂ ਉਹਦਾ ਅੰਦਾਜ਼ਾ ਲਾ ਕੇ ਦੱਸ ਸਕਦਾ। ਮਹਾਰਾਜ ਕਹਿੰਦੇ ਇੰਨਾ ਧਿਆਨ ਵੀ ਨਹੀਂ ਤੇਰੇ ਅੰਦਰ ਔਰ ਇੰਨਾ ਗਿਆਨ ਵੀ ਤੇਰੇ ਅੰਦਰ ਨਹੀਂ ਕਿ ਤੂੰ ਉਸ ਸ਼ੁਭ ਗੁਣਾਂ ਦੇ ਖਜ਼ਾਨੇ ਦਾ ਤੂੰ ਉਹਦਾ ਮੁੱਲ ਪਾ ਸਕੇ, ਉਹਦੀ ਕੀਮਤ ਦੱਸ ਸਕੇ। ਇਸ ਲਈ ਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਨੇ ਸਾਨੂੰ ਨਿਰੰਕਾਰ ਨਾਲ ਜੋੜਨ ਵਾਸਤੇ, ਕਿਉਂਕਿ ਇਹ ਬਾਹਰ ਦੀ ਜਿਹੜੀ ਮਾਇਆਵੀ ਖੇਡ ਹੈ ਨਾ, ਇਹ ਸਾਡੇ ਤਨ ਤੱਕ ਸੀਮਤ ਹੈ, ਇਹ ਸਾਡੇ ਅੰਦਰ ਜਿੰਦ ਦੇ ਕੰਮ ਤੱਕ ਕੋਡੀ ਵੀ ਨਹੀਂ ਆਉਣੀ। ਸਰੀਰ ਦੇ ਕੰਮ ਤਾਂ ਬੇਸ਼ੁਮਾਰ ਧਨ ਜਿਹੜਾ ਉਹ ਆਏ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਇਹ ਗੁਜ਼ਰਾਨ ਹੈ। ਤੁਸੀਂ ਇਹਦੇ ਨਾਲ ਤਨ ਕਰਕੇ ਗੁਜ਼ਾਰਾ ਵਧੀਆ ਵੀ ਕਰ ਸਕਦੇ ਹੋ, ਸੋਹਣਾ ਗੁਜ਼ਾਰਾ ਵੀ ਕਰ ਸਕਦੇ ਹੋ, ਕਈਆਂ ਨਾਲੋਂ ਚੰਗਾ ਵੀ ਗੁਜ਼ਾਰਾ ਕਰ ਸਕਦੇ ਹੋ, ਪਰ ਇੱਕ ਕੌਡੀ ਵੀ ਜਿਹੜੀ ਆ ਉਹ ਤੁਹਾਡੀ ਜਿੰਦ ਦੇ ਲੇਖੇ ਨਹੀਂ ਲੱਗਣੀ। ਤੁਹਾਡੀ ਜਿੰਦ ਦੇ ਇੱਕ ਕੌਡੀ ਵੀ ਕੰਮ ਜਿਹੜੀ ਆ ਉਹ ਨਹੀਂ ਆਉਣੀ ਹੈ। ਸਾਥ ਨਾ ਚੱਲੈ ਬਿਨ ਭਜਨ ਵਿਖਿਆ, ਸਗਲੀ ਛਾਰ ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਰ। ਜਿਹੜਾ ਆਹ ਧਨ ਹੈ ਉਹਦੀ ਕੀਮਤ ਨਹੀਂ ਦੱਸੀ ਜਾ ਸਕਦੀ, ਉਹਦਾ ਮੁੱਲ ਨਹੀਂ ਦੱਸਿਆ ਜਾ ਸਕਦਾ, ਉਹ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਵੀ ਆਹ ਜਿਹੜਾ ਖਜ਼ਾਨਾ ਭਰਿਆ ਪਿਆ ਹੈ ਇਹ ਖਜ਼ਾਨਾ ਕਿੰਨਾ ਕੁ ਕੀਮਤੀ ਹੋਏਗਾ। ਤੇ ਜੋ ਬਹੁਤ ਕੀਮਤੀ ਹੋਵੇ, ਬਹੁਤ ਜ਼ਿਆਦਾ ਕੀਮਤੀ, ਜਿਹਦਾ ਮੁੱਲ ਨਾ ਦੱਸਿਆ ਜਾ ਸਕੇ, ਉਹਦੀ ਫਿਰ ਕਦਰ ਕਰੀਦੀ ਹੈ, ਉਹਦਾ ਸਤਿਕਾਰ ਕਰੀਦਾ ਹੈ, ਉਹਨੂੰ ਮਾਨ ਸਨਮਾਨ ਦੇ ਕੇ ਕਹਿਣ ਲੱਗੇ ਉਹਦੇ ਨਾਲ ਪਿਆਰ ਭਾਵਨਾ ਦੇ ਨਾਲ ਜੁੜੀਦਾ ਹੈ। ਘਰ ਦੇ ਵਿੱਚ ਸਾਜੋ ਸਮਾਨ ਤਾਂ ਬਹੁਤ ਹੁੰਦੇ ਨੇ, ਪਰ ਜੇ ਬਹੁਤ ਕੀਮਤੀ ਕੋਈ ਹੋਵੇ ਅਸੀਂ ਉਹਨੂੰ ਮਾਨ ਸਨਮਾਨ ਤੇ ਪਿਆਰ ਸਤਿਕਾਰ ਦੇ ਨਾਲ ਰੱਖਦੇ ਹਾਂ, ਉਹ ਸਾਨੂੰ ਪਿਆਰੀ ਵੀ ਲੱਗਦੀ ਹੈ, ਕਿਉਂਕਿ ਇਹ ਕੀਮਤੀ ਬਹੁਤ ਹੈ। ਸਭ ਕਹਿੰਦੇ ਆ ਨਾਮ ਵੀ ਬੜਾ ਕੀਮਤੀ ਹੈ, ਜਿਹੜਾ ਖਜ਼ਾਨਾ ਤੁਹਾਨੂੰ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਦਿੱਤਾ ਨਾ, ਇਹ ਬੜਾ ਕੀਮਤੀ ਹੈ। ਇਹਦਾ ਅਦਬ ਵੀ ਕਰੋ, ਇਹਦਾ ਸਤਿਕਾਰ ਵੀ ਕਰੋ, ਇਹਦੇ ਨਾਲ ਪਿਆਰ ਵੀ ਕਰੋ, ਭਾਵਨਾ ਦੇ ਨਾਲ ਇਹਦੇ ਨਾਲ ਜੁੜੋ, ਕਿਉਂਕਿ ਇਹਦੀ ਕੀਮਤ ਨਹੀਂ ਤੁਸੀਂ ਦੱਸ ਸਕਦੇ। ਕੀ ਮਤ ਤੁਹਾਡੇ ਕੋਲ, ਕੀ ਇੰਨੀ ਮਤ ਹੈ ਕਿ ਤੁਸੀਂ ਆਪਣੇ ਗਿਆਨ ਧਿਆਨ ਵਿੱਚ ਦੱਸ ਸਕੋ ਵੀ ਮੇਰੇ ਧਿਆਨ ਵਿੱਚ ਆ ਰਿਹਾ ਵੀ ਇੰਨੀ ਕੁ ਕੀਮਤ ਹੋਏਗੀ? ਕਹਿਣ ਲੱਗੇ ਨਹੀਂ, ਨਾ ਗਿਆਨ ਹੈ ਤੇ ਨਾ ਤੁਹਾਡੇ ਧਿਆਨ ਵਿੱਚ ਵੀ ਉਹਦੀ ਕੀਮਤ ਆ ਸਕਦੀ ਹੈ। ਸਰਬ ਗੁਣ ਨਿਧਾਨੰ ਕੀਮਤ ਨ ਗਿਆਨੰ ਧਿਆਨੰ। ਪੁੱਛਿਆ ਕਿਉਂ? ਸਭ ਕਹਿੰਦੇ ਉੱਚੇ ਤੇ ਉੱਚਾ, ਉਹ ਉੱਚੇ ਤੋਂ ਵੀ ਉੱਚਾ ਹੈ। ਜਿੰਨੀ ਸੋਚ ਸਾਡੀ ਉੱਚੀ ਜਾਏਗੀ ਉਹ ਉਹਦੇ ਨਾਲੋਂ ਵੀ ਕਈ ਗੁਣਾ ਉੱਚਾ ਹੈ, ਉਹ ਉੱਚੇ ਤੋਂ ਵੀ ਉੱਚਾ ਹੈ। ਉੱਚੇ ਤੇ ਉੱਚਾ ਜਾਨੀਜੈ ਪ੍ਰਭ ਤੇਰੋ ਥਾਨੰ। ਹੇ ਪ੍ਰਭ ਜੀ, ਤੁਹਾਡਾ ਜਿਹੜਾ ਥਾਂ ਹੈ ਉਹ ਉੱਚੇ ਤੋਂ ਵੀ ਉੱਚਾ ਤੇ ਵੱਡੇ ਤੋਂ ਵੀ ਵੱਡਾ ਹੈ। ਸਾਡੀ ਸੋਚ ਉੱਥੇ ਤੱਕ ਪਹੁੰਚ ਹੀ ਨਹੀਂ ਸਕਦੀ। ਹਾਂ, ਉਹਦੇ ਬਰਾਬਰ ਕੋਈ ਪਹੁੰਚੇਗਾ ਤਾਂ ਕੋਈ ਦੱਸ ਸਕਦਾ ਹੈ। ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਏਵੜ ਦਾ ਅਰਥ ਹੈ ਇੰਨਾ ਉੱਚਾ ਕੋਈ ਹੋਣਾ ਚਾਹੀਦਾ ਹੈ। ਧਰਮ ਦਾ ਲਿਬਾਸ ਪਾ ਕੇ ਆਪਣੇ ਆਪ ਨੂੰ ਰੱਬ ਕਹਿ ਕੇ ਤਾਂ ਅਸੀਂ ਬੜਾ ਦੁਨੀਆ ਤੋਂ ਮਾਣ ਸਨਮਾਨ ਲੈ ਲਿਆ, ਪਰ ਏਵੜ ਉੱਚਾ ਹੋਵੇ ਕੋਈ ਏਡਾ ਵੀ ਉੱਚਾ ਹੋ ਗਿਆ ਕਿ ਜਿਹੜਾ ਅਸਲ ਰੱਬ ਹੈ ਉਹਦੀ ਬਰਾਬਰੀ ਤੱਕ ਪਹੁੰਚ ਗਿਆ। ਤਾਂ ਹੀ ਤਾਂ ਕਹਿਣਾ ਪਿਆ ਵੀ ਐਵੇਂ ਕਿਤੇ ਮੱਥੇ ਦਾ ਤਿਲਕ ਤੇ ਹੱਥ ਦੀ ਮਾਲਾ ਵੇਖ ਕੇ ਇਹ ਨਾ ਸੋਚ ਲਿਓ ਇਹ ਰੱਬ ਹੈ,
ਅਸਲ ਵਿੱਚ ਜਿਹੜਾ ਰੱਬ ਹੈ ਉਹਨੂੰ ਤੇ ਇਹ ਖਿਡੌਣਾ ਬਣਾ ਕੇ ਖੇਡ ਰਿਹਾ ਹੈ। ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲੌਣਾ ਜਾਣਾ। ਅਸਲ ਜਿਹੜਾ ਰਾਮ ਸੀ ਉਹਨੂੰ ਤੇ ਖਿਲੌਣਾ ਹੀ ਸਮਝ ਲਿਆ। ਇਸ ਲਈ ਕਹਿ ਰਹੇ ਨੇ, ਕਹਿੰਦੇ ਉਹ ਉੱਚੇ ਤੋਂ ਵੀ ਉੱਚਾ ਹੈ, ਇੰਨਾ ਉੱਚਾ ਵੀ ਜਿੱਥੇ ਸਾਡੇ ਧਿਆਨ ਵਿੱਚ ਵੀ ਨਹੀਂ ਆ ਸਕਦਾ ਕਿ ਉਹ ਕਿੰਨਾ ਉੱਚਾ ਹੈ। ਸਾਡੇ ਕੋਲ ਇੰਨਾ ਗਿਆਨ ਵੀ ਨਹੀਂ ਹੈ। ਵਿਗਿਆਨ ਬਹੁਤ ਹੈ ਸਾਡੇ ਕੋਲ, ਸੂਰਜ ਦਾ ਗਿਆਨ ਸਾਡੇ ਕੋਲ ਆ ਗਿਆ, ਚੰਦਰਮਾ ਦਾ ਗਿਆਨ ਸਾਡੇ ਕੋਲ ਆ ਗਿਆ, ਜਿੰਨੇ ਵੀ ਆਸਮਾਨ ਵਿੱਚ ਗ੍ਰਹਿ ਨੇ ਉਹਨਾਂ ਸਾਰਿਆਂ ਦਾ ਗਿਆਨ ਸਾਡੇ ਕੋਲ ਆ ਗਿਆ। ਪਤਾ ਲੱਗ ਜਾਂਦਾ ਹੈ ਕਿ ਕਦੋਂ ਸੂਰਜ ਦੇ ਸਾਹਮਣੇ ਚੰਦਰਮਾ ਨੇ ਆਉਣਾ, ਕਦੋਂ ਚੰਦਰਮਾ ਦੇ ਨੇੜੇ ਕਿਹੜੇ ਗ੍ਰਹਿ ਨੇ ਆਉਣਾ, ਕਦੋਂ ਇਸ ਸੂਰਜ ਦੇ ਨੇੜੇ ਕਿਸੇ ਗ੍ਰਹਿ ਨੇ ਆਉਣਾ। ਕੋਈ ਟਾਈਮ ਸੀ ਸਾਡੇ ਕੋਲ ਗਿਆਨ ਨਹੀਂ ਸੀ, ਉਦੋਂ ਡਰ ਲੱਗਦਾ ਸੀ ਵੀ ਅੱਜ ਸੂਰਜ ਨੂੰ ਗ੍ਰਹਿਣ ਲੱਗ ਗਿਆ। ਉਦੋਂ ਲੋਕ ਡਰਦੇ ਸੀ। ਕੋਈ ਕਹਿੰਦਾ ਫਲਾਣੇ ਤੇ ਥਾਂ ਤੇ ਜਾ ਕੇ ਇਸ਼ਨਾਨ ਕਰਕੇ ਆਓ, ਇਹ ਗ੍ਰਹਿਣ ਸਾਨੂੰ ਨਾ ਲੱਗ ਜਾਏ। ਅੱਜ ਰੋਟੀ ਨਹੀਂ ਖਾਣੀ, ਕਿਤੇ ਗ੍ਰਹਿਣ ਸਾਨੂੰ ਨਾ ਲੱਗ ਜਾਏ। ਪਰ ਅੱਜ ਵਿਗਿਆਨ ਨੇ ਗਿਆਨ ਦੇ ਦਿੱਤਾ ਕਿ ਇਹ ਗ੍ਰਹਿਣ ਨਹੀਂ, ਅਸਲ ਵਿੱਚ ਗ੍ਰਹਿ ਹੀ ਉਹਦੇ ਸਾਹਮਣੇ ਆ ਜਾਂਦਾ ਹੈ। ਸੂਰਜ ਦੇ ਸਾਹਮਣੇ, ਕਿਉਂਕਿ ਆਸਮਾਨ ਤੇ ਗ੍ਰਹਿ ਹੀ ਨੇ, ਸਿਸਟਮ ਹੀ ਉਸ ਕਰਤੇ ਨੇ, ਕੁਦਰਤ ਦਾ ਇਹ ਸਿਸਟਮ ਐਸਾ ਬਣਾਇਆ ਕਿ ਆਪਣੀ ਆਪਣੀ ਜਗ੍ਹਾ ਤੇ ਗ੍ਰਹਿ ਕੰਮ ਕਰ ਰਹੇ, ਸਿਸਟਮ ਕੰਮ ਕਰ ਰਿਹਾ। ਉਸ ਮੁਤਾਬਕ ਜਦੋਂ ਕੋਈ ਕਿਸੇ ਦੇ ਸਾਹਮਣੇ ਆ ਜਾਏ ਤਾਂ ਉਹ ਅਸੀਂ ਕਹਿੰਦੇ ਹਾਂ ਗ੍ਰਹਿਣ ਲੱਗ ਗਿਆ। ਗ੍ਰਹਿਣ ਨਹੀਂ, ਗ੍ਰਹਿ ਉਹਦੇ ਅੱਗੇ ਆ ਜਾਂਦਾ ਹੈ। ਉਹ ਵਿਗਿਆਨ ਨੇ ਸਾਨੂੰ ਗਿਆਨ ਦੇ ਦਿੱਤਾ, ਪਰ ਇੰਨਾ ਵੀ ਗਿਆਨ ਨਹੀਂ ਹੈ ਕਿ ਅਸੀਂ ਉਸ ਮਾਲਕ ਦੇ ਨਾਮ ਦੀ ਕੀਮਤ ਨੂੰ ਦੱਸ ਸਕੀਏ ਜਾਂ ਉਹ ਕਿੱਡਾ ਉੱਚਾ ਹੈ ਦੱਸ ਸਕੇ। ਵਿਗਿਆਨ ਅੱਜ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਤੁਹਾਡੇ ਤੋਂ ਵੱਡਾ ਵਿਗਿਆਨੀ ਕੋਈ ਨਹੀਂ ਹੋ ਸਕਦਾ। ਨਾਸਾ ਦੇ ਵਿਗਿਆਨੀ ਮੰਨਦੇ ਨੇ ਨਾ, ਉਹ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਤੋਂ ਵੱਡਾ ਵਿਗਿਆਨੀ ਕੌਣ ਹੈ? ਤੁਸੀਂ ਕਹਿੰਦੇ ਪਾਤਾਲ ਲੱਖ ਆਗਾਸਾਂ ਆਗਾਸ, ਔੜਕ ਔੜਕ ਭਾਲ ਥਕੇ। ਔੜਕ ਲਾਸਟ ਅਖੀਰ ਤੱਕ ਭਾਲ ਭਾਲ ਕੇ ਥੱਕ ਗਏ, ਪਰ ਕੁਦਰਤ ਦਾ ਅੰਤ ਕਿਸੇ ਨੇ ਨਹੀਂ ਪਾਇਆ। ਕਿਸੇ ਨੇ ਵੀ ਉਹਦਾ ਅੰਤ ਨਹੀਂ ਦੱਸਿਆ ਵੀ ਉਹ ਕਿੱਡਾ ਉੱਚਾ ਹੈ, ਕਿੱਡਾ ਵੱਡਾ ਹੈ, ਕਿੱਡਾ ਵਿਸ਼ਾਲ ਹੈ। ਸਾਹਿਬ ਜੀ ਤੁਸੀਂ ਦੱਸੋ, ਸੋ ਦਰ ਕੇਹਾ ਸੋ ਘਰ ਕੇਹਾ, ਜਿਤ ਬਹਿ ਸਰਬ ਸੰਭਾਲੇ। ਸਾਰੀ ਗਿਣਤੀ ਕਰਦੇ ਗਏ, ਇੰਨੇ ਗਾਉਣ ਵਾਲੇ, ਇੰਨੇ ਧਿਆਉਣ ਵਾਲੇ, ਇੰਨੇ ਜੁੜਨ ਵਾਲੇ, ਇੰਨੇ ਆਉਣ ਵਾਲੇ, ਇੰਨੇ ਜਾਣ ਵਾਲੇ, ਸਾਰੀ ਗਿਣਤੀ ਕਰਦੇ ਕਰਦੇ ਮਹਾਰਾਜ ਕਹਿੰਦੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਇਹਨਾਂ ਤੋਂ ਇਲਾਵਾ ਹੋਰ ਕਿੰਨੇ ਨੇ? ਸਾਹਿਬ ਜੀ ਕਹਿੰਦੇ ਨੇ ਮੈਂ ਬਿਆਨ ਨਹੀਂ ਕਰ ਸਕਦਾ, ਕਿਉਂਕਿ ਉਹਦਾ ਅੰਤ ਹੀ ਨਹੀਂ ਕੋਈ, ਉਹਦਾ ਅਖੀਰ ਹੀ ਨਹੀਂ ਹੈ ਕੋਈ। ਇਸ ਲਈ ਕਹਿ ਰਹੇ ਨੇ ਉਹ ਉੱਚੇ ਤੋਂ ਵੀ ਉੱਚਾ ਹੈ। ਕਿੱਡਾ ਉੱਚਾ ਹੈ ਇਹ ਨਹੀਂ ਦੱਸਿਆ ਜਾ ਸਕਦਾ। ਉਹ ਆਪ ਵੀ ਉੱਚਾ ਹੈ ਤੇ ਉਹਦਾ ਨਾਮ ਵੀ ਉੱਚਾ ਹੈ। ਪ੍ਰਭੂ ਕਾ ਸਿਮਰਨ ਸਭ ਤੇ ਉੱਚਾ। ਦੁਨੀਆ 'ਚ ਧਰਮ ਦੇ ਨਾਮ ਤੇ ਕਰਮ ਬਹੁਤ ਹੋ ਰਹੇ ਨੇ, ਇੱਕ ਨਹੀਂ ਹਜ਼ਾਰਾਂ ਹਜ਼ਾਰਾਂ ਕਰਮ ਹੋ ਰਹੇ ਨੇ, ਔਰ 100 ਕਰਮ ਕਰਤ ਹੈ ਪ੍ਰਾਣੀ। ਇੱਕ ਦਿਨ ਵਿੱਚ ਪ੍ਰਾਣੀ 100 ਕਰਮ ਕਰ ਰਿਹਾ ਧਰਮ ਦੇ। ਪਰ ਸਾਹਿਬ ਕਹਿੰਦੇ ਜਿਹੜਾ ਉਹਦੇ ਨਾਮ ਦਾ ਸਿਮਰਨ ਹੈ ਨਾ, ਉਹ ਸਭ ਤੋਂ ਉੱਚਾ ਹੈ। ਤੁਸੀਂ 100 ਕਰਮ ਕਰ ਲਓ, ਇੱਕ ਪਾਸੇ ਇੱਕ ਉਹਦੇ ਨਾਮ ਨੂੰ ਜਪ ਲਓ, 100 ਕਰਮ ਤੁਹਾਡੇ ਫੇਲ ਨੇ, ਇੱਕ ਉਹਦਾ ਨਾਮ ਜਪਿਆ ਸਫਲ ਹੈ, ਕਿਉਂਕਿ ਉਹ ਸਿਮਰਨ ਸਭ ਤੋਂ ਉੱਚਾ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। हे ਵਾਹਿਗੁਰੂ ਜੀ ਤੁਸੀਂ ਉੱਚੇ ਤੋਂ ਵੀ ਉੱਚਾ ਹੋ, ਬੇਅੰਤ ਹੋ, ਤੁਹਾਡੇ ਗੁਣ ਕੌਣ ਬਿਆਨ ਕਰ ਸਕਦਾ ਹੈ। ਅਸੀਂ 4 ਗੁਣ ਗਾ ਕੇ ਉਸ ਰੱਬ ਦੇ ਤੇ ਕਹੀਏ ਵੀ ਮੈਂ ਰੱਬ ਪਾ ਲਿਆ, ਨਹੀਂ। ਸਾਡੇ ਅੰਦਰ ਤੇ ਹੰਕਾਰ ਜਿਹੜਾ ਉਹ ਹੰਕਾਰ ਦਾ ਬੋਲਬਾਲਾ ਹੋ ਗਿਆ, ਤੇ ਹੰਕਾਰ ਤਾਂ ਕਦੀ ਨਿਰੰਕਾਰ ਨੂੰ ਸਮਝ ਹੀ ਨਹੀਂ ਸਕਦਾ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਗਾਵਤੇ ਉਦਰੈ ਸੁਣਤੇ ਉਦਰੈ, ਬਿਨ ਸਹਿ ਪਾਪ ਕਨੇਰੇ। ਜਿਨ੍ਹਾਂ ਨੇ ਤੈਨੂੰ ਮਾਲਕ ਜੀ ਸਮਝ ਕੇ ਗਾਇਆ ਔਰ ਸੁਣਿਆ ਭਾਵਨਾ ਦੇ ਨਾਲ, ਉਹ ਉਹਨਾਂ ਦਾ ਉਧਾਰ ਹੋ ਗਿਆ। ਹੁਣ ਗਾਉਣਾ ਤੇ ਸੁਣਨਾ ਕਿਵੇਂ ਸੀ? ਗਾਵੀਐ ਸੁਣੀਐ ਮਨ ਰੱਖੀਐ ਭਾਉ। ਉਹ ਭਾਉ ਰੱਖ ਕੇ
ਗਾਉਣਾ ਵੀ ਤੇ ਸੁਣਨਾ ਵੀ ਸੀ, ਫਿਰ ਗਾਵਤੇ ਉਧਰੈ ਸੁਣਤੇ ਉਧਰੈ ਬਿਨਸੈ ਪਾਪ ਕਨੇਰੇ। ਜੇ ਭਾਉ ਨਹੀਂ ਅੰਦਰ ਤੇ ਮਾਫ ਕਰਨਾ, ਗਾਉਂਦਿਆਂ ਗਾਉਂਦਿਆਂ ਜ਼ਿੰਦਗੀ ਲੰਘ ਜਾਏਗੀ, ਸੁਣਦਿਆਂ ਸੁਣਦਿਆਂ ਜ਼ਿੰਦਗੀ ਲੰਘ ਜਾਏਗੀ, ਪਰ ਅੰਦਰ ਦੇ ਪਾਪ ਦੀ ਮੈਲ ਨਹੀਂ ਅਸੀਂ ਧੋ ਸਕਾਂਗੇ ਜੇ ਅੰਦਰ ਭਾਉ ਭਾਵਨਾ ਨਾ ਹੋਈ ਤਾਂ। ਫਿਰ ਉਲਟ ਹੋ ਜਾਣਾ। ਫਿਰ ਕੀ ਹੋਣਾ? ਫਿਰ ਪੜ ਪੜ ਗੱਡੀ ਲੱਦੀਆਂ ਵਾਲਾ ਹਿਸਾਬ ਹੋ ਜਾਣਾ। ਜਿਵੇਂ ਕਹਿੰਦੇ ਨੇ ਨਾ ਵੈਦ ਕਿ ਜੇ ਕਫ ਦਾ ਰੋਗ ਹੋਵੇ, ਹਰੇਸ਼ਾ ਅੰਦਰ ਭਰਿਆ ਹੋਵੇ, ਤੇ ਤੁਸੀਂ ਸਿੱਧਾ ਘਿਓ ਪੀ ਲਓਗੇ ਤੇ ਉਹ ਤੁਹਾਡੀ ਛਾਤੀ ਜਾਮ ਹੋ ਜਾਏਗੀ, ਸਾਹ ਤੁਹਾਡਾ ਰੁਕ ਜਾਏਗਾ। ਪਰ ਉਸੇ ਹੀ ਘਿਓ ਵਿੱਚ ਸ਼ੱਕਰ ਮਿਲਾ ਕੇ, ਮਿਸ਼ਰੀ ਮਿਲਾ ਕੇ ਤੁਸੀਂ ਉਹਦਾ ਸੇਵਨ ਕਰੋਗੇ ਤਾਂ ਤੁਹਾਨੂੰ ਆਰਾਮ ਮਿਲੇਗਾ। ਘਿਓ ਤੇ ਘਿਓ ਹੀ ਹੈ ਨਾ, ਪਰ ਜੇ ਉਹਦਾ ਸਿੱਧਾ ਸੇਵਨ ਕੀਤਾ ਤੁਸੀਂ ਤੇ ਕਫ ਦਾ ਰੋਗ ਹੋਰ ਵੱਧ ਜਾਣਾ। ਜੇ ਉਹਦੇ ਵਿੱਚ ਤੁਸੀਂ ਮਿਸ਼ਰੀ ਜਾਂ ਸ਼ੱਕਰ ਮਿਲਾ ਕੇ ਉਹਦੀ ਵਰਤੋਂ ਕਰੋਗੇ ਤਾਂ ਤੁਹਾਨੂੰ ਆਰਾਮ ਮਿਲੇਗਾ। ਇਸੇ ਤਰ੍ਹਾਂ ਸਾਹਿਬ ਕਹਿੰਦੇ ਗੁਰੂ ਦੀ ਮੱਤ ਲੈ ਕੇ ਬਾਣੀ ਦਾ ਅਭਿਆਸ ਕਰੇਗਾ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਫਿਰ ਤੈਨੂੰ ਬਾਣੀ ਦਾ ਅਸਰ ਤੇਰੇ ਤੇ ਹੋਏਗਾ, ਤੇਰੇ ਪਾਪ ਸਾਰੇ ਮੁੱਕ ਜਾਣਗੇ। ਪਰ ਜੇ ਤੂੰ ਆਪਣੀ ਮਨ ਮਰਜ਼ੀ ਨਾਲ ਜੁੜੇਗਾ, ਫਿਰ ਪੜ ਪੜ ਗੱਡੀ ਲੱਦੀ ਹੈ, ਫਿਰ ਤੋਂ ਤੇਰਾ ਹੰਕਾਰ ਹੋਰ ਵੱਧ ਜਾਣਾ। ਫਿਰ ਹੰਕਾਰ ਘਟੇਗਾ ਨਹੀਂ, ਸਗੋਂ ਹੰਕਾਰ ਵੱਧ ਗਿਆ। ਅਸੀਂ ਤੇ ਰੋਗ ਨੂੰ ਮਿਟਾਉਣ ਲਈ ਬਾਣੀ ਪੜ੍ਹੀ ਸੀ, ਪਰ ਬਾਣੀ ਪੜ੍ਹ ਕੇ ਤੇ ਰੋਗ ਹੋਰ ਵੱਧ ਗਿਆ, ਕਿਉਂਕਿ ਅਸੀਂ ਇਹਦੇ ਵਿੱਚ ਗੁਰੂ ਦੀ ਮੱਤ ਦੀ ਮਿਸ਼ਰੀ ਨਹੀਂ ਮਿਲਾਈ। ਅਸੀਂ ਇਹਦੇ ਵਿੱਚ ਗੁਰੂ ਦੀ ਮੱਤ ਦਾ ਜਿਹੜਾ ਸ਼ੱਕਰ ਸੀ ਉਹਦਾ ਵਿੱਚ ਮੇਲ ਨਹੀਂ ਕੀਤਾ। ਅਸੀਂ ਆਪਣੀ ਮਰਜ਼ੀ ਕੀਤੀ, ਉਸ ਆਪਣੀ ਮਰਜ਼ੀ ਨਾਲ ਕੀ ਹੋਇਆ? ਨੁਕਸਾਨ ਹੋ ਗਿਆ, ਹੰਕਾਰ ਵੱਧ ਗਿਆ। ਤੇ ਜਦੋਂ ਹੰਕਾਰ ਵਧੇਗਾ ਫਿਰ ਅਸੀਂ ਨਿਰੰਕਾਰ ਦੇ ਨੇੜੇ ਹੋ ਕੇ ਵੀ ਉਹਦੇ ਤੋਂ ਕਈ ਗੋ ਦੂਰ ਹੋ ਜਾਾਂਗੇ। ਇਸ ਲਈ ਸਾਹਿਬ ਜੀ ਕਹਿ ਰਹੇ ਨੇ, ਕਹਿਣ ਲੱਗੇ ਉਹ ਕੀਮਤੀ ਖਜ਼ਾਨਾ ਹੈ, ਤੁਹਾਡੇ ਗਿਆਨ ਤੇ ਤੁਹਾਡੇ ਧਿਆਨ ਵਿੱਚ ਵੀ ਨਹੀਂ ਉਹਦਾ ਅੰਦਾਜ਼ਾ ਕਿ ਉਹਦੀ ਕੀਮਤ ਕੀ ਹੈ, ਕਿਉਂਕਿ ਉਹ ਉੱਚੇ ਤੋਂ ਉੱਚਾ ਹੈ। ਉਹ ਇੰਨਾ ਉੱਚਾ ਹੈ, ਜਾਣੀਜੈ, ਚੰਗੀ ਤਰ੍ਹਾਂ ਜਾਣ ਲਓ, ਸਮਝ ਲਓ ਕਿ ਹੇ ਮਾਲਕ ਜੀ, ਤੇਰਾ ਥਾਂ, ਤੇਰੀ ਜਗ੍ਹਾ ਬਹੁਤ ਉੱਚੀ ਹੈ, ਜਿੱਥੇ ਤੱਕ ਅਸੀਂ ਆਪਣੀ ਸਿਆਣਪ ਦੇ ਨਾਲ ਨਹੀਂ ਪਹੁੰਚ ਸਕਦੇ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇੱਕ ਵੀ ਸਿਆਣਪ ਉੱਥੇ ਚੱਲ ਨਹੀਂ ਸਕਦੀ। ਇਸ ਲਈ ਸਾਹਿਬ ਕਹਿੰਦੇ ਉਹ ਬਹੁਤ ਉੱਚਾ ਹੈ, ਬਹੁਤ ਉੱਚਾ ਹੈ। ਉੱਥੇ ਤੱਕ ਸਾਡੀ ਸੋਚ ਵੀ ਸਾਨੂੰ ਆਪਣੀ ਉੱਚੀ ਕਰਨੀ ਪੈਣੀ ਹੈ। ਸਾਨੂੰ ਆਪਣੀ ਮੱਤ ਇੰਨੀ ਉੱਚੀ ਲਿਜਾਣੀ ਪੈਣੀ ਆ। ਮੱਤ ਤਾਂ ਸਾਡੀ ਨੀਵੀਂ ਹੋਈ ਪਈ ਹੈ। ਮੱਤ ਜਿਹੜੀ ਆ ਉਹ ਤਾਂ ਇੰਨੀ ਨੀਵੀਂ ਹੋ ਗਈ ਤੇ ਮਨ ਸਾਡਾ ਉੱਚਾ ਉਲਟ ਹੋ ਗਿਆ ਨਾ। ਅਸੀਂ ਉਸ ਉੱਚੇ ਪਰਮੇਸ਼ਵਰ ਤੱਕ ਪਹੁੰਚਣਾ ਸੀ ਆਪਣੀ ਮੱਤ ਨੂੰ ਉੱਚਾ ਤੇ ਮਨ ਨੂੰ ਨੀਵਾਂ ਰੱਖ ਕੇ। ਪਰ ਹੋਇਆ ਕਿ ਉਲਟ ਹੋ ਗਿਆ, ਮਨ ਉੱਚਾ ਹੋ ਗਿਆ ਤੇ ਮੱਤ ਨੀਵੀਂ ਹੋ ਗਈ। ਜਿੰਨਾ ਮਨ ਉੱਚਾ ਜਾਏਗਾ ਉਨੀ ਮੱਤ ਨੀਵੀਂ ਆਏਗੀ। ਅੱਗੇ ਜ਼ਿਕਰ ਕੀਤਾ ਸੀ ਤੁਹਾਡੇ ਨਾਲ ਕਿ ਤਕੜੀ ਦੇ ਦੋ ਛਾਬੇ ਹੁੰਦੇ ਨੇ, ਇੱਕ ਪਾਸਾ ਜਿੰਨਾ ਉੱਚਾ ਜਾਏਗਾ ਦੂਜਾ ਪਾਸਾ ਉਨਾ ਹੀ ਨੀਵਾਂ ਆਏਗਾ। ਜੇ ਦੂਜਾ ਪਾਸਾ ਜਿੰਨਾ ਉੱਚਾ ਜਾਏਗਾ ਤੇ ਪਹਿਲਾ ਪਾਸਾ ਤਕੜੀ ਦਾ ਉਨਾ ਹੀ ਨੀਵਾਂ ਆਏਗਾ। ਬਸ ਸਾਡੇ ਵੀ ਦੋ ਪਾਸੇ ਨੇ, ਇੱਕ ਮੱਤ ਤੇ ਇੱਕ ਮਨ। ਅਰਦਾਸ ਤਾਂ ਜ਼ਰੂਰ ਕਰਦੇ ਹਾਂ ਪਰ ਅਸੀਂ ਉਸ ਪਾਸੇ ਤੁਰਦੇ ਨਹੀਂ ਹਾਂ, ਕਿਉਂਕਿ ਅਰਦਾਸ ਕਰ ਦੇਣੀ ਤਾਂ ਬੜੀ ਸੌਖੀ ਹੈ, ਪਰ ਅਰਦਾਸ ਕਰਕੇ ਬਖਸ਼ਿਸ਼ ਲੈਣੀ ਬੜੀ ਔਖੀ ਲੱਗਦੀ ਹੈ। ਰੋਜ਼ ਕਹਿੰਦੇ ਹਾਂ ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਹੋ ਜਾਏ, ਮੱਤ ਉੱਚੀ ਹੋ ਜਾਏ, ਪਰ ਅੰਦਰ ਝਾਤੀ ਮਾਰੀਏ ਮਨ ਨੀਵਾਂ ਹੋ ਗਿਆ, ਮੱਤ ਉੱਚੀ ਹੋ ਗਈ। ਸਭ ਕਹਿੰਦੇ ਮੱਤ ਉੱਚੀ ਹੋਏਗੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਮਨ ਨੀਵਾਂ ਹੋਏਗਾ ਗੁਰਬਾਣੀ ਦੇ ਗਿਆਨ ਨਾਲ। ਪਰ ਉਹ ਜਿਸ ਅਕਾਲ ਪੁਰਖ ਪਰਮੇਸ਼ਵਰ ਦਾ ਗਿਆਨ ਦੇ ਰਹੇ ਨੇ, ਸਾਹਿਬ ਜੀ ਕਹਿੰਦੇ ਉਹ ਉੱਚੇ ਤੋਂ ਉੱਚਾ ਉਸ ਦਾ ਥਾਨ ਹੈ। ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਉਹਦਾ ਜਿਹੜਾ ਮਰਤਬਾ ਹੈ ਉਹ ਵੱਡਿਆਂ ਤੋਂ ਵੀ ਵੱਡਾ ਹੈ। ਸਾਨੂੰ ਤਾਂ ਦੁਨੀਆ ਦਾ ਪਤਾ ਹੈ ਵੀ ਫਲਾਣਾ ਬੰਦਾ ਬੜਾ ਵੱਡਾ ਹੈ, ਫਲਾਣਾ ਬੰਦਾ ਬੜਾ ਵੱਡਾ ਹੈ, ਉਹ ਤੇ ਵੱਡਿਆਂ ਤੋਂ ਵੀ ਵੱਡਾ ਹੈ।
ਅਸੀਂ ਸਾਨੂੰ ਦੁਨੀਆ ਦਾ ਪਤਾ ਹੈ, ਪਰ ਜਿਹੜਾ ਸਭ ਤੋਂ ਵੱਡਾ ਹੈ ਉਹਦਾ ਸਾਨੂੰ ਗਿਆਨ ਹੀ ਨਹੀਂ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰਸ਼ਾਂ ਹਾਂ ਪਾਤਸ਼ਾਹ ਨੇਚਲ ਚੌਰ ਛੱਤ। ਦੁਨੀਆ ਦੇ ਤਖਤ ਤੇ ਬੈਠਣ ਵਾਲੇ ਦਾ ਤਾਂ ਸਾਨੂੰ ਪਤਾ ਹੈ, ਪਰ ਜਿਹਦਾ ਤਖਤ ਸਭ ਤੋਂ ਉੱਚਾ ਹੈ ਉਹਦਾ ਸਾਨੂੰ ਪਤਾ ਹੀ ਨਹੀਂ। ਅਜੋਕੀ ਪੀੜ੍ਹੀ ਦੇ ਵਿੱਚ, ਬਹੁਤਾਤ ਵਿੱਚ ਵਿਰਲੇ ਨੇ ਉਹ ਬੱਚੇ, ਸਾਡੇ ਧੀਆਂ ਪੁੱਤਰ, ਜਿਨ੍ਹਾਂ ਨੂੰ ਗੁਰ ਇਤਿਹਾਸ ਤੇ ਗੁਰਬਾਣੀ ਦਾ ਗਿਆਨ ਹੈ। ਬਿਰਲੇ ਨੇ ਉਹ, ਪਰ ਬਹੁਤਾਤ ਵਿੱਚ ਵੇਖਾਂਗੇ ਆਪਾਂ ਕਿ ਸਾਡੇ ਧੀਆਂ ਪੁੱਤਰਾਂ ਨੂੰ ਗਾਉਣ ਵਾਲਿਆਂ ਦੇ ਨਾਮ ਤੇ ਪਤਾ ਹੈ, ਜਿਹੜੇ ਐਕਟਿੰਗ ਕਰਦੇ ਨੇ ਉਹਨਾਂ ਦੇ ਨਾਮ ਤੇ ਪਤਾ ਹੈ। ਦੁਨੀਆ ਦੇ ਹਰ ਤਲ ਤੇ ਉਹਨਾਂ ਨੂੰ ਗਿਆਨ ਹੈ, ਪਰ ਉਹਨਾਂ ਨੂੰ ਇਹ ਵਿਰਲਿਆਂ ਨੂੰ ਪਤਾ ਹੈ ਕਿ 10 ਗੁਰੂ ਸਾਹਿਬਾਨ ਦੇ ਜਿਹੜੇ ਨਾਮ ਨੇ ਉਹ ਕੀ ਨੇ। ਉਹ 2-4 ਸੁਣਾਉਂਦੇ ਨੇ, ਫਿਰ ਰੁਕ ਜਾਂਦੇ ਨੇ। ਅੱਗੇ ਆਪ ਜੀ ਨਾਲ ਸਾਂਝ ਪਾਈ ਸੀ, ਕਿਉਂਕਿ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਅਦਾਰੇ ਹੇਠ ਭਾਈ ਗੁਰਦਾਸ ਗੁਰਮਤਿ ਮਿਸ਼ਨਰੀ ਕਾਲਜ, ਜਿੱਥੇ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ, ਜਦੋਂ +2 ਦੇ ਵਿਦਿਆਰਥੀ ਆਉਂਦੇ, 12ਵੀਂ ਪੜ੍ਹੇ ਵਿਦਿਆਰਥੀ ਆਉਂਦੇ ਆ ਨਾ, ਤੇ ਉਹਨਾਂ ਨੂੰ ਪਹਿਲਾਂ ਹੀ ਇਹੀ ਪੁੱਛਿਆ ਜਾਂਦਾ ਹੈ ਕਿ 10 ਗੁਰੂ ਸਾਹਿਬ ਦੇ ਨਾਮ ਸੁਣਾਓ। ਉਹ 2 ਕੁ ਸੁਣਾਉਂਦੇ ਨੇ, ਮੁੜ ਕੇ ਚੁੱਪ ਹੀ ਕਰ ਜਾਂਦੇ। 12 ਕਲਾਸਾਂ +2 ਦੀ ਪੜ੍ਹਾਈ ਕੀਤੀ ਹੋਵੇ ਤੇ 10 ਗੁਰੂ ਸਾਹਿਬ ਦੇ ਨਾਮ ਨਾ ਆਉਂਦੇ ਹੋਣ, ਫਿਰ ਉੱਥੇ ਸੋਚਣਾ ਪਏਗਾ ਨਾ ਵੀ ਇੰਨੀ ਵੱਡੀ ਪੜ੍ਹਾਈ ਤਾਂ ਕਰ ਲਈ, ਪਰ ਹਜੇ ਤੱਕ 10 ਗੁਰੂ ਸਾਹਿਬ ਦੇ ਨਾਮ ਤੱਕ ਨਹੀਂ ਪਤਾ। ਹਜੇ ਤੱਕ ਇਹ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਰਚਨਾ ਕਿੱਦਾਂ ਹੋਈ, ਕਿਹਨੇ ਕੀਤੀ ਹੈ, ਪਤਾ ਹੀ ਨਹੀਂ। ਅਕਾਲ ਤਖਤ ਸਾਹਿਬ ਦੀ ਰਚਨਾ ਕਿੱਦਾਂ ਹੋਈ, ਕਿਹਨੇ ਕੀਤੀ, ਪਤਾ ਹੀ ਨਹੀਂ ਸਾਡੇ ਬੱਚਿਆਂ ਨੂੰ। ਸਾਨੂੰ ਇਸ ਪਾਸੇ ਦਾ ਗਿਆਨ ਜਿਹੜਾ ਉਹ ਨਹੀਂ, ਕਿ ਦੁਨੀਆ ਵਾਲਾ ਪਾਸਾ ਵੇਖ ਲਓ ਤੇ ਗਿਆਨ ਭਰਪੂਰ ਹੈ ਸਾਡੇ ਕੋਲ। ਜੰਮਦੇ ਬੱਚੇ ਨੂੰ ਵੀ ਪਤਾ ਹੈ ਕਿ ਮੋਬਾਈਲ ਨੂੰ ਕਿਵੇਂ ਖੋਲ੍ਹਣਾ, ਕਿਵੇਂ ਫੰਕਸ਼ਨ ਉਹਦੇ ਵਿੱਚੋਂ ਕੱਢਣੇ ਨੇ, ਕਿਵੇਂ ਚਲਾਉਣਾ, ਕਿਵੇਂ ਬਟਨ ਦੱਬਣੇ, ਉਹਨੂੰ ਪਤਾ ਹੈ। ਪਰ ਗੁਰਬਾਣੀ ਦਾ ਗੁਟਕਾ ਸਾਹਿਬ ਖੋਲ ਕੇ ਬਾਣੀ ਕਿਵੇਂ ਪੜ੍ਹਨੀ ਹੈ, ਇਹ ਪਤਾ ਹੀ ਨਹੀਂ। ਇਸੇ ਲਈ ਇਹ ਕਾਲਜ, ਜਿਹੜੇ ਗੁਰਮਤਿ ਕਾਲਜ ਖੋਲ੍ਹੇ ਜਾਂਦੇ ਨੇ, ਕਿ ਕਮ ਸੇ ਕਮ ਸਾਡੇ ਜਿਹੜੇ ਪੁੱਤਰ ਨੇ, ਧੀਆਂ ਪੁੱਤਰ, ਉਹਨਾਂ ਨੂੰ ਗੁਰ ਇਤਿਹਾਸ, ਉਹਨਾਂ ਨੂੰ ਗੁਰਬਾਣੀ ਦੀ ਨੌਲੇਜ, ਗਿਆਨ ਹੋਵੇ। ਕਿਉਂਕਿ ਅੰਦਰ ਦਾ ਜੀਵਨ ਤਾਂ ਸਾਡਾ ਗੁਰਬਾਣੀ ਦੇ ਗਿਆਨ ਨਾਲ ਹੀ ਸਫਲ ਹੋਣਾ ਹੈ। ਫਿਰ ਬੇਨਤੀ ਕਰਾਂ, ਬਾਹਰ ਦਾ ਸਫ਼ਰ ਵਿਗਿਆਨ ਨੇ ਸਫਲ ਕਰਨਾ ਹੈ, ਅੰਦਰ ਦਾ ਸਫ਼ਰ ਸਾਡੇ ਬ੍ਰਹਮ ਗਿਆਨ ਨੇ ਸਫਲ ਕਰਨਾ ਹੈ। ਦੋਵੇਂ ਗਿਆਨ ਜ਼ਰੂਰੀ ਨੇ, ਪੜ੍ਹਾਈ ਵੀ ਦੋਵੇਂ ਜ਼ਰੂਰੀ ਹੈ। ਬਾਹਰ ਦੇ ਸਕੂਲ ਦੀ ਵੀ ਪੜ੍ਹਾਈ ਚਾਹੀਦੀ ਹੈ, ਗੁਰਮਤਿ ਦੀ ਪੜ੍ਹਾਈ ਵੀ ਚਾਹੀਦੀ ਹੈ। ਪਰ ਅਸੀਂ ਬਾਹਰ ਤੇ ਜ਼ੋਰ ਜ਼ਿਆਦਾ ਦੇ ਦਿੱਤਾ, ਪਰ ਅਸੀਂ ਗੁਰਮਤਿ ਦੀ ਪੜ੍ਹਾਈ ਤੋਂ ਕਮਜ਼ੋਰ ਹੋ ਗਏ। ਕਿਉਂ ਹੋਏ? ਕਿਤੇ ਨਾ ਕਿਤੇ ਅਸੀਂ ਵੀ ਕਮਜ਼ੋਰ ਹੋ ਗਏ। ਫਿਰ ਬੇਨਤੀ ਕਰਾਂ, ਸਾਰਿਆਂ ਦੀ ਗੱਲ ਨਹੀਂ, ਮੁਬਾਰਕ ਹੈ ਉਹਨਾਂ ਨੂੰ ਜਿਹੜੇ ਆਪ ਵੀ ਜੁੜਦੇ ਨੇ, ਅੱਗੋਂ ਧੀਆਂ ਪੁੱਤਰਾਂ ਨੂੰ ਵੀ ਜੋੜਦੇ, ਪਰਿਵਾਰ ਨੂੰ ਵੀ ਜੋੜਦੇ ਨੇ। ਪਰ ਜਿਹੜਾ ਆਪ ਨਹੀਂ ਜੁੜੇਗਾ ਉਹ ਦੂਜੇ ਨੂੰ ਕਿਵੇਂ ਜੋੜੇਗਾ? ਜਿਹੜਾ ਆਪ ਨਹੀਂ ਜੁੜਿਆ, ਜਿਹਨੇ ਆਪ ਉੱਠ ਕੇ ਜਪਜੀ ਸਾਹਿਬ ਦਾ ਪਾਠ ਨਾ ਕੀਤਾ, ਉਹ ਕਦੀ ਆਪਣੇ ਧੀ ਪੁੱਤ ਨੂੰ ਕਹੇਗਾ ਵੀ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਿਆ ਕਰ? ਉਹਨੂੰ ਪਤਾ ਹੈ ਅੱਜ ਦੇ ਧੀ ਪੁੱਤ ਨੇ ਕਹਿਣਾ ਵੀ ਬਾਪੂ ਜੀ ਤੁਸੀਂ ਤਾਂ ਕਰਦੇ ਨਹੀਂ। ਮਾਂ ਨੂੰ ਕਹਿਣਾ ਵੀ ਮਾਂ ਤੂੰ ਤੇ ਕਦੀ ਪਾਠ ਕੀਤਾ ਨਹੀਂ ਤੇ ਮੈਨੂੰ ਰੋਜ਼ ਕਹਿੰਦੀ ਹੈ ਪਾਠ ਕਰ। ਇਹਦਾ ਮਤਲਬ ਪਹਿਲਾਂ ਸ਼ੁਰੂਆਤ ਆਪ ਕਰਨੀ ਪੈਣੀ ਹੈ। ਅਸੀਂ ਧੀਆਂ ਪੁੱਤਰ ਨੂੰ ਕਹਿ ਰਹੇ ਹਾਂ ਗੁਰੂ ਘਰ ਜਾਇਆ ਕਰੋ, ਜਾਇਆ ਕਰੋ, ਜਾਇਆ ਕਰੋ, ਤੇ ਉਹ ਕਹਿੰਦੇ ਤੁਸੀਂ ਤਾਂ ਜਾਂਦੇ ਨਹੀਂ, ਸਾਨੂੰ ਕਹਿੰਦੇ ਰਹਿੰਦੇ ਹੋ। ਕਿਤੇ ਨਾ ਕਿਤੇ ਪਰਤ ਕੇ ਸਵਾਲ ਸਾਡੇ ਤੇ ਹੀ ਆਏਗਾ। ਅੱਜ ਅਸੀਂ ਵੇਖ ਰਹੇ ਹਾਂ ਕਿ ਕਿੰਨੇ ਕੁ ਸਾਡੇ ਜਿਹੜੇ ਆ ਉਹ ਨੌਜਵਾਨ ਜਿਹੜੇ ਪੁੱਤਰ ਨੇ, ਉਹ ਕਿੰਨੇ ਕੁ ਗੁਰਮਤਿ ਦੀ ਵਿਦਿਆ ਹਾਸਲ ਕਰਨ ਵਾਸਤੇ ਉਤਸ਼ਾਹਤ ਨੇ ਕਿ ਸਾਨੂੰ ਤੁਸੀਂ ਇਹ ਵਿਦਿਆ ਜਿਹੜੀ ਆ ਉਹ ਦਿਓ। ਕਿੰਨਾ ਕੁ ਉਤਸ਼ਾਹ! ਪਰ ਦੁਨੀਆ ਦੇ ਰੰਗਾਂ ਵਿੱਚ ਰੰਗਣਾ, ਫੈਸ਼ਨ, ਨਾਚ ਗਾਣੇ, ਤੁਸੀਂ ਉਸ ਪਾਸੇ ਵੇਖੋ ਰੁਝਾਨ ਜ਼ਿਆਦਾ ਹੈ। ਪਰ ਜਿਹੜਾ ਸਾਡਾ ਜੀਵਨ ਸੁਖੀ ਹੋਣਾ ਉਹ ਤਾਂ ਬ੍ਰਹਮ ਦੇ ਗਿਆਨ ਨਾਲ ਹੋਣਾ ਹੈ, ਉਹ ਤਾਂ ਗੁਰਬਾਣੀ ਦੇ ਨਾਲ ਜੁੜਿਆਂ ਸਾਡਾ ਜੀਵਨ ਸੁਖਮਈ ਹੋਣਾ ਹੈ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਗੁਰ ਉਪਦੇਸ਼ ਜਦੋਂ ਅੰਦਰ ਦ੍ਰਿੜ ਹੋਏਗਾ ਤਾਂ ਘਰ ਦੇ ਅੰਦਰ ਵੀ ਸੁਖ ਤੇ ਬਾਹਰ ਵੀ ਸੁਖ। ਹੁਣ ਅਸੀਂ ਨਾ ਬਾਹਰੋਂ ਸੁਖੀ ਹਾਂ ਨਾ ਅੰਦਰੋਂ ਸੁਖੀ ਹਾਂ।
ਬਾਹਰੋਂ ਵੀ ਅਸੀਂ ਭਟਕ ਰਹੇ ਹਾਂ, ਅੰਦਰੋਂ ਵੀ ਭਟਕ ਰਹੇ ਹਾਂ। ਬਾਹਰੋਂ ਵੀ ਮੰਜ਼ਲ ਨਹੀਂ ਮਿਲ ਰਹੀ, ਅੰਦਰੋਂ ਵੀ ਨਹੀਂ ਮਿਲ ਰਹੀ। ਫਿਰ ਲੋਕ ਵੀ ਗਿਆ ਤੇ ਪਰਲੋਕ ਵੀ ਗਿਆ, ਅੰਦਰੋਂ ਵੀ ਗਏ ਤੇ ਬਾਹਰੋਂ ਵੀ ਗਏ। ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰਕੇ ਸਮਝਾਉਂਦੇ ਨੇ। ਸਾਹਿਬ ਜੀ ਕਹਿੰਦੇ ਨੇ, ਪ੍ਰਭ ਤੇਰੋ ਥਾਨੰ, हे ਪ੍ਰਭ ਜੀ ਤੇਰਾ ਜਿਹੜਾ ਥਾਂ ਹੈ ਉਹ ਉੱਚੇ ਤੋਂ ਵੀ ਉੱਚਾ ਹੈ। ਤੇਰਾ ਤਖਤ ਸਭ ਤੋਂ ਉੱਚਾ ਹੈ, ਤੇਰਾ ਦਰਬਾਰ ਸਭ ਤੋਂ ਉੱਚਾ ਹੈ, ਤੇਰੇ ਨਾਮ ਦਾ ਅਭਿਆਸ ਸਭ ਤੋਂ ਉੱਚਾ ਹੈ। ਇਸ ਲਈ ਕਹਿੰਦੇ ਨੇ, ਕੀਮਤ ਨਾ, ਕੋਈ ਵੀ ਕੀਮਤ ਨੂੰ ਬਿਆਨ ਨਹੀਂ ਕਰ ਸਕਦਾ। ਕਿਸੇ ਕੋਲ ਵੀ ਇੰਨਾ ਗਿਆਨ ਨਹੀਂ ਕਿ ਉਹਦੀ ਕੀਮਤ ਨੂੰ ਦੱਸ ਸਕੇ। ਕਿਸੇ ਦੇ ਧਿਆਨ ਵਿੱਚ ਵੀ ਨਹੀਂ ਕਿ ਉਹ ਕਿਤੇ ਦੱਸ ਸਕੇ ਕਿ ਮੇਰੇ ਧਿਆਨ ਵਿੱਚ ਆਉਂਦਾ ਵੀ ਇੰਨਾ ਕੁ ਮੁੱਲ ਹੋਏਗਾ, ਮੇਰੇ ਖਿਆਲ ਵਿੱਚ ਇੰਨੀ ਕੁ ਕੀਮਤ ਹੋਏਗੀ। ਕਹਿੰਦੇ ਨਹੀਂ, ਤੇਰੇ ਖਿਆਲਾਂ ਵਿੱਚ ਵੀ ਉਹਦੀ ਕੀਮਤ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਜਿਹੜਾ ਉੱਚੇ ਤੋਂ ਵੀ ਉੱਚਾ ਹੈ ਔਰ ਜਿਹੜਾ ਵੱਡੇ ਤੋਂ ਵੀ ਵੱਡਾ ਹੈ, ਉਹ ਪਰਮੇਸ਼ਵਰ ਜਿਹਦੇ ਨਾਮ ਦੇ ਨਾਲ ਸਾਨੂੰ ਗੁਰਬਾਣੀ ਦੇ ਰਾਹੀਂ ਜੋੜਿਆ ਜਾ ਰਿਹਾ ਹੈ। ਮਨ ਧਨ ਤੇਰੋ ਪ੍ਰਾਨੰ, ਏਕੈ ਸੂਤ ਹੈ ਜਹਾਨੰ। ਕਹਿੰਦੇ ਆ ਜਿਹੜਾ ਮਨ ਹੈ ਔਰ ਇਹ ਜਿਹੜਾ ਧਨ ਹੈ ਔਰ ਇਹ ਜਿਹੜਾ ਪ੍ਰਾਣ ਹੈ, ਮਨ ਦੀ ਮਾਨਸਿਕ ਅਵਸਥਾ ਜਿਹੜੀ ਹੈ, ਔਰ ਇਹ ਜਿਹੜਾ ਸਰੀਰ ਕਰਕੇ ਸਾਨੂੰ ਧਨ ਮਿਲਿਆ। ਧਨ ਕੀ ਹੈ? ਅੱਖਾਂ ਵਿੱਚ ਰੋਸ਼ਨੀ ਹੈ, ਕੰਨਾਂ ਵਿੱਚ ਸੁਣਨ ਦੀ ਸਰੋਤ ਹੈ, ਆ ਹੱਥ ਪੈਰ ਸਹੀ ਸਲਾਮਤ ਨੇ, ਬੋਲਣ ਵਾਸਤੇ ਸਾਡੇ ਕੋਲ ਜ਼ੁਬਾਨ ਹੈ। ਇਹ ਧਨ ਹੈ ਨਾ, ਇਹ ਧਨ ਦਾ ਮੁੱਲ ਦੇ ਸਕਦੇ ਹੋ? ਜਿਹਨੇ ਆਪਰੇਸ਼ਨ ਕਰਕੇ ਸਾਡੀਆਂ ਅੱਖਾਂ ਬਦਲ ਦਿੱਤੀਆਂ, ਉਹਨੇ ਤਾਂ ਬਿੱਲ ਲਿਆ ਕੇ ਰੱਖਤਾ ਵੀ ਇੰਨਾ ਬਿੱਲ ਹੈ, ਇੰਨਾ ਜਮ੍ਹਾਂ ਕਰਾ, ਤੇਰੀਆਂ ਅੱਖਾਂ ਦਾ ਆਪਰੇਸ਼ਨ ਕੀਤਾ। ਪਰ ਜਿਹੜੀਆਂ ਅੱਖਾਂ ਨੂੰ ਰੋਸ਼ਨੀ ਦੇਣ ਵਾਲਾ, ਕਦੀ ਉਹਦਾ ਵੀ ਬਿੱਲ ਦਿੱਤਾ ਹੈ? ਜਿਹੜਾ ਸਾਡੇ ਹੱਥ ਪੈਰ ਚੱਲਦੇ ਪਏ ਨੇ, ਜਿਹੜਾ ਸਾਡੇ ਹੱਥ ਪੈਰ ਨੂੰ ਚਲਾ ਰਿਹਾ ਹੈ, ਕਦੀ ਉਹਦਾ ਵੀ ਅਸੀਂ ਉਹਦਾ ਬਿੱਲ ਦੇ ਹੀ ਨਹੀਂ ਸਕਦੇ, ਉਹਦਾ ਮੁੱਲ ਅਸੀਂ ਮੋੜ ਹੀ ਨਹੀਂ ਸਕਦੇ। ਸੰਸਾਰਿਕ ਤਲ ਤੇ ਸਾਡੇ ਕੋਲੋਂ ਮੁੱਲ ਲੈ ਲਿਆ ਜਾਂਦਾ ਹੈ, ਪਰ ਉਹਨੇ ਜੋ ਕੁਦਰਤ ਦਾ ਤਲ ਤੇ ਸਾਨੂੰ ਧਨ ਦਿੱਤਾ, ਉਹਦਾ ਅਸੀਂ ਮੁੱਲ ਦੇ ਹੀ ਨਹੀਂ ਸਕਦੇ। ਬੜਾ ਸੋਹਣਾ ਕਿਸੇ ਨੇ ਮੈਸੇਜ ਦਿੱਤਾ, ਕਹਿੰਦੇ ਨਜ਼ਰ ਬਦਲੀ ਜਾ ਸਕਦੀ ਹੈ ਪਰ ਨਜ਼ਰੀਆ ਨਹੀਂ ਬਦਲਿਆ ਜਾ ਸਕਦਾ। ਕੋਈ ਡਾਕਟਰ ਹੈ, ਕੋਈ ਐਸਾ ਅੱਖਾਂ ਦਾ ਡਾਕਟਰ ਹੈ ਜਿਹੜਾ ਕਵੇ ਵੀ ਮੈਂ ਤੇਰੇ ਨਜ਼ਰੀਏ ਦਾ ਆਪਰੇਸ਼ਨ ਕਰਦੇ ਆ, ਤੇਰੀ ਨਜ਼ਰ ਤਾਂ ਠੀਕ ਹੈ, ਨਜ਼ਰੀਏ ਦਾ ਆਪਰੇਸ਼ਨ ਕਰਦੇ ਆ? ਨਹੀਂ, ਨਜ਼ਰ ਦਾ ਆਪਰੇਸ਼ਨ ਕਰਨ ਵਾਲੇ ਤੇ ਮਾਹਰ ਤੋਂ ਮਾਹਰ ਡਾਕਟਰ ਬੈਠੇ ਆ, ਪਰ ਨਜ਼ਰੀਏ ਦਾ ਆਪਰੇਸ਼ਨ ਕੋਈ ਨਹੀਂ ਕਰ ਸਕਦਾ। ਆ ਵੈਦ ਹੈ, ਮੇਰਾ ਵੈਦ ਗੁਰੂ ਗੋਬਿੰਦਾ ਸਾਹਿਬ ਕਹਿੰਦੇ, ਆ ਮੈਂ ਤੇਰੇ ਨਜ਼ਰੀਏ ਨੂੰ ਬਦਲ ਦਿਆਂ, ਤੇਰੀ ਸੋਚ ਬਦਲ ਦਿਆਂ, ਤੇਰੀ ਵਿਚਾਰ ਬਦਲ ਦਿਆਂ। ਜਦੋਂ ਸੋਚ ਵਿਚਾਰ ਬਦਲ ਗਈ, ਸਮਝ ਲਓ ਨਜ਼ਰੀਆ ਬਦਲ ਗਿਆ। ਨਜ਼ਰ ਤੇ ਉਹੀ ਰਹਿਣੀ ਹੈ, ਅੱਖਾਂ ਤੇ ਉਹੀ ਰਹਿਣੀਆਂ ਨੇ, ਅੱਖਾਂ ਨਾਲ ਦਿਸਦਾ ਵੀ ਉਹੀ ਰਹਿਣਾ, ਪਰ ਨਜ਼ਰੀਆ ਬਦਲ ਜਾਣਾ। ਜਦੋਂ ਨਜ਼ਰੀਆ ਬਦਲ ਗਿਆ, ਫਿਰ ਕੀ ਕਹੋਗੇ? ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਤੇ ਜਦੋਂ ਸਾਡੀ ਨਜ਼ਰੀਆ ਹੀ ਨਹੀਂ ਸਾਡਾ ਬਦਲਿਆ, ਅਸੀਂ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ। ਨਜ਼ਰ ਤਾਂ ਬਦਲਣ ਲਈ ਬਹੁਤ ਡਾਕਟਰ ਬੈਠੇ ਨੇ, ਪਰ ਨਜ਼ਰੀਆ ਨਹੀਂ ਬਦਲ ਕੋਈ ਸਕਦਾ। ਉਹ ਕਦੋਂ ਬਦਲੇਗਾ? ਜਦੋਂ ਗੁਰਬਾਣੀ ਨਾਲ ਜੁੜਾਂ, ਗੁਰਬਾਣੀ ਦੇ ਗਿਆਨ ਨਾਲ ਬਦਲਿਆ ਜਾਣਾ ਹੈ। ਗਿਆਨ ਅੰਜਨ ਗੁਰ ਦੀਆ, ਜਦੋਂ ਗੁਰੂ ਨੇ ਗਿਆਨ ਦਿੱਤਾ ਸਾਡੀਆਂ ਅੱਖਾਂ ਵਿੱਚ, ਜਾਂ ਗੁਰੂ ਸਾਹਿਬ ਕਹਿੰਦੇ ਜੇ ਤੇਰੇ ਨਜ਼ਰੀਏ ਨਾਲ ਨਹੀਂ ਨਾ ਗੱਲ ਬਣਦੀ, ਆ ਤੂੰ ਮੈਂ ਤੈਨੂੰ ਆਪਣੇ ਨਜ਼ਰੀਏ ਨਾਲ ਵਿਖਾਵਾਂ। ਗੁਰੈ ਦਿਖਾਇਓ ਲੋਇਨਾ, ਗੁਰੂ ਸਾਹਿਬ ਕਹਿੰਦੇ ਆ ਮੇਰੇ ਨਜ਼ਰੀਏ ਨਾਲ ਵੇਖ। ਜਦੋਂ ਭਾਈ ਲਹਿਣਾ ਜੀ ਕਰਤਾਰਪੁਰ ਆਏ, ਸਤਿਗੁਰੂ ਪਾਤਸ਼ਾਹ ਪਹਿਲਾਂ ਗਏ ਨੇ ਦਰਸ਼ਨ ਕਰਕੇ, ਅਗਲੀ ਵਾਰ ਜਦੋਂ ਫਿਰ ਆਏ ਤਾਂ ਅੰਮ੍ਰਿਤ ਵੇਲੇ ਖੇਤਾਂ ਵਿੱਚ ਸਤਿਗੁਰੂ ਕੰਮ ਕਰਦੇ ਸੀ। ਉਹ ਚਿੱਕੜ ਨਾਲ ਭਰੀ ਹੋਈ ਪੰਡ ਜਿਹੜੀ ਸੀ ਘਾਹ ਦੀ, ਸਿਰ ਤੇ ਚੁਕਾਤੀ, ਕਹਿੰਦੇ ਜਾ ਘਰ ਛੱਡਿਆ। ਭਾਈ ਲਹਿਣਾ ਜੀ ਸਿਰ ਤੇ ਪੰਡ ਰੱਖੀ ਤੇ ਘਰ ਆ ਗਏ। ਆਉਂਦੇ ਆਉਂਦੇ ਸਾਰੇ ਬਸਤਰ ਜਿਹੜੇ ਸੀ ਚਿੱਕੜ ਨਾਲ ਭਰ ਗਏ, ਤੇ ਮਾਤਾ ਜੀ ਨੇ ਵੇਖਿਆ ਵੀ ਚੰਗਾ ਭਲਾ ਘਰੋਂ ਆਇਆ ਸੀ, ਸਾਫ਼ ਸੁਥਰੇ ਕੱਪੜੇ ਪਾਏ ਹੋਏ, ਤੇ ਇੱਧਰ ਵੇਖਿਆ ਹੀ ਨਹੀਂ, ਘਾਹ ਦੀ ਪੰਡ ਚੁਕਾਤੀ ਸਿਰ ਤੇ। ਗੁਰੂ ਨਾਨਕ ਸਾਹਿਬ ਆਏ ਖੇਤਾਂ ਤੋਂ ਵਿਹਲੇ ਹੋ ਕੇ ਘਰ,
ਤੇ ਆਖਦੇ ਨੇ, ਕਹਿਣ ਲੱਗੇ ਕਿੰਨਾ ਭਲਾ ਪੁਰਸ਼ ਆਇਆ ਸੀ, ਚੰਗੇ ਸੋਹਣੇ ਕੱਪੜੇ ਪਾ ਕੇ ਤੇ ਚਿੱਕੜ ਨਾਲ ਭਰ ਗਏ। ਕਹਿਣ ਲੱਗੇ ਮੇਰੇ ਨਜ਼ਰੀਏ ਦੇ ਨਾਲ ਵੇਖ, ਤੈਨੂੰ ਚਿੱਕੜ ਲੱਗਦਾ, ਮੇਰੇ ਨਜ਼ਰੀਏ ਵਿੱਚ ਤਾਂ ਮੈਨੂੰ ਲੱਗਦਾ ਕੇਸਰ ਛਿੜਕਿਆ ਹੋਇਆ। ਨਜ਼ਰੀਆ ਨਾ ਆਪਣਾ ਆਪਣਾ। ਕਹਿਣ ਲੱਗੇ ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸਾਹਮਣੇ ਭਾਈ ਜੇਠਾ ਗੁਰੂ ਰਾਮਦਾਸ ਜੀ ਸੇਵਾ ਕਰ ਰਹੇ ਨੇ। ਉਹਨਾਂ ਦੇ ਨਜ਼ਰੀਏ ਦੇ ਵਿੱਚ ਗੁਰੂ ਰਾਮਦਾਸ ਭਾਈ ਜੇਠਾ ਜੀ ਵਰਗਾ ਹੋਰ ਕੋਈ ਹੈ ਹੀ ਨਹੀਂ ਦੂਜਾ। ਤੇ ਮਾਤਾ ਜੀ ਕਹਿੰਦੇ ਆ ਹੋਵੇ ਇਹਦੇ ਵਰਗਾ, ਪਰ ਇਹ ਨਾ ਹੋਵੇ। ਕਿਉਂ? ਕਿਉਂਕਿ ਘਰ-ਬਾਰ ਨਹੀਂ, ਰੋਟੀ ਦਾ ਪ੍ਰਬੰਧ ਨਹੀਂ ਹੈ, ਕੰਮ-ਕਾਜ ਨਹੀਂ ਹੈ। ਕਹਿਣ ਲੱਗੇ ਇਹਦੇ ਵਰਗਾ ਤੇ ਫਿਰ ਇਹ ਹੀ ਹੈ ਗੁਰੂ ਅਮਰਦਾਸ ਮਹਾਰਾਜ ਦਾ ਨਜ਼ਰੀਆ। ਸਭ ਕਹਿੰਦੇ ਆਓ ਗੁਰੂ ਕੇ ਸਿੱਖੋ। ਜੇ ਤੁਹਾਡੇ ਨਜ਼ਰੀਏ ਵੱਖਰੇ ਵੱਖਰੇ, ਤਾਂ ਹੀ ਤਾਂ ਲੜਾਈਆਂ ਹੁੰਦੀਆਂ ਨੇ, ਵਾਦ ਵਿਵਾਦ ਹੁੰਦੇ ਨੇ, ਝਗੜੇ ਹੁੰਦੇ ਨੇ, ਕਿਉਂਕਿ ਸਾਡੇ ਨਜ਼ਰੀਏ ਵੱਖਰੇ ਵੱਖਰੇ ਨੇ। ਆਪਣੀ ਆਪਣੀ ਨਜ਼ਰ ਨਾਲ ਆਪਾਂ ਨਜ਼ਰੀਏ ਨਾਲ ਵੇਖ ਰਹੇ ਹਾਂ, ਤਾਂ ਹੀ ਤੇ ਲੜ ਰਹੇ ਹਾਂ, ਆਪਸ ਦੇ ਵਿੱਚ ਟਕਰਾ ਰਹੇ ਹਾਂ। ਜਦੋਂ ਸਾਰਿਆਂ ਦਾ ਨਜ਼ਰੀਆ ਇੱਕ ਹੋ ਜਾਏ ਫਿਰ ਲੜਾਈ ਕਿੱਥੇ ਹੋਣੀ ਹੈ, ਫਿਰ ਵਾਦ ਵਿਵਾਦ ਕਿੱਥੇ ਹੋਣਾ ਹੈ। ਗੁਰੂ ਸਾਹਿਬ ਨੇ ਸਾਰਿਆਂ ਨੂੰ ਕਿਹਾ ਸੀ, ਇੱਕ ਨੂੰ ਨਹੀਂ ਕਿਹਾ। ਗੁਰੂ ਸਾਹਿਬ ਕਹਿੰਦੇ ਆ ਮੈਂ ਤੈਨੂੰ ਆਪਣੀ ਅੱਖਾਂ ਨਾਲ ਤੈਨੂੰ ਵਿਖਾਵਾਂ, ਆਪਣੇ ਨਜ਼ਰੀਏ ਨਾਲ ਵਿਖਾਵਾਂ। ਗੁਰਹਿ ਦਿਖਾਇਓ ਲੋਇਨਾ, ਇਤੈ ਉਤੈ ਘਟ 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 ਤੂੰ ਹੀ ਮੋਹਿਨਾ। ਇਹ ਗੁਰੂ ਸਾਹਿਬ ਦਾ ਨਜ਼ਰੀਆ ਸੀ। ਜਿਨ੍ਹਾਂ ਨੇ ਆਖਿਆ ਗੁਰੂ ਸਾਹਿਬ ਅਸੀਂ ਤੁਹਾਡੇ ਨਜ਼ਰੀਏ ਨਾਲ ਵੇਖ ਕੇ ਚੱਲਣਾ ਚਾਹੁੰਦੇ ਹਾਂ, ਆਪਣਾ ਆਪਾ ਸਮਰਪਣ ਕਰਕੇ, ਤੇ ਕਹਿਣ ਲੱਗੇ ਫਿਰ ਘਟ 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 ਤੂੰ ਹੀ ਮੋਹਿਨਾ। ਇਹ ਨਜ਼ਰ ਆ ਗਿਆ। ਫਿਰ ਨਜ਼ਰ ਆਏਗਾ ਵੀ ਇਹ ਤਨ ਵੀ ਮੇਰਾ ਨਹੀਂ। ਆਪਣੇ ਨਜ਼ਰੀਏ ਨਾਲ ਤਾਂ ਕਹਿੰਦੇ ਆ ਤਨ ਵੀ ਮੇਰਾ, ਮਨ ਵੀ ਮੇਰਾ, ਔਰ ਜੋ ਕੁਝ ਵੀ ਹੈ ਸਾਨੂੰ ਮਿਲਿਆ ਸਭ ਕੁਝ ਮੇਰਾ ਹੀ ਮੇਰਾ। ਹਰ ਥਾਂ ਤੇ ਮੈਂ ਦੀ ਮੋਹਰ ਲਾ ਰਹੇ ਹਾਂ। ਪਰ ਜਿੱਦਣ ਗੁਰੂ ਸਾਹਿਬ ਦੇ ਨਜ਼ਰੀਏ ਨਾਲ ਵੇਖਿਆ ਫਿਰ ਪਤਾ ਲੱਗੇਗਾ ਤਨ ਵੀ ਮੇਰਾ ਨਹੀਂ, ਧਨ ਵੀ ਮੇਰਾ ਨਹੀਂ, ਪ੍ਰਾਣ ਵੀ ਮੇਰੇ ਨਹੀਂ। ਇਹ ਸਭ ਕੁਝ ਤਾਂ ਉਸ ਕਰਤੇ ਦੇ ਦਿੱਤੇ ਹੋਏ ਨੇ। ਜੋ ਕਬੀਰ ਜੀ ਨੂੰ ਸਮਝ ਆ ਗਈ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ। ਤਿਨਹੀ ਸੁਣਿਆ ਦੁੱਖ ਸੁਖ ਮੇਰਾ, ਤਉ ਬਿਦ ਨਿੱਕੀ ਖਟਾਨੀ। ਇਹ ਧਨ ਵੀ ਉਹਦਾ, ਮਨ ਵੀ ਉਹਦਾ, ਧਨ ਵੀ ਉਹਦਾ। ਇਹ ਅੱਖਾਂ ਵੀ ਉਹਦੀਆਂ ਤੇ ਅੱਖਾਂ ਵਿੱਚ ਜੋਤ ਵੀ ਉਹਦੀ ਹੈ। ਇਹ ਹੱਥ ਵੀ ਉਹਦੇ ਬਣਾਏ ਹੋਏ ਨੇ ਤੇ ਹੱਥ ਦੀਆਂ ਰੇਖਾਵਾਂ ਵੀ ਉਹਦੀਆਂ ਹੀ ਨੇ। ਇਹ ਪੈਰ ਵੀ ਉਹਦੇ ਬਣਾਏ ਨੇ ਤੇ ਪੈਰਾਂ ਨੂੰ ਚੱਲਣ ਵਾਲੀ ਤਾਕਤ ਵੀ ਉਹਦੀ ਹੈ। ਸਾਡਾ ਹੈ ਕੀ ਹੈ? ਬਸ ਇੱਥੇ ਹੀ ਸਾਡੀ ਆ ਕੇ ਨਜ਼ਰੀਆ ਬਦਲ ਜਾਂਦਾ ਹੈ। ਬੰਦਾ ਕਹਿੰਦਾ ਮੈਂ, ਪਰ ਸਾਹਿਬ ਕਹਿੰਦੇ ਨਹੀਂ, ਤੂੰ ਨਜ਼ਰੀਆ ਬਦਲ, ਤੇਰੀ ਅੰਦਰੋਂ ਆਵਾਜ਼ ਆਏਗੀ ਤੂੰ ਹੀ ਤੂੰ। ਬਸ ਆ ਨਜ਼ਰੀਆ ਹੈ ਜਿਹੜਾ ਗੁਰੂ ਦੇ ਗਿਆਨ ਵਿੱਚ ਬਦਲਣਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਫਿਰ ਸਮਝਾਉਂਦੇ ਨੇ। ਸਾਹਿਬ ਜੀ ਕਹਿੰਦੇ ਮਨ ਧਨ ਤੇਰੋ ਪ੍ਰਾਣ। हे ਮਾਲਕ ਜੀ, ਇਹ ਪ੍ਰਾਣ ਵੀ ਤੇਰੇ, ਇਹ ਮਨ ਵੀ ਤੇਰਾ, ਇਹ ਧਨ ਸਰੀਰ ਰੂਪੀ ਵੀ ਤੇਰਾ। ਏਕੈ ਸੂਤ ਹੈ ਜਹਾਨੰ। ਸਾਰੇ ਜਹਾਨ ਦੇ ਜੀਆਂ ਨੂੰ ਤੂੰ ਇੱਕੋ ਹੀ ਸੂਤ ਵਿੱਚ ਪਰੋਇਆ ਹੋਇਆ ਹੈ, ਆਪਣੇ ਹੁਕਮ ਦੇ। ਹੁਕਮ ਹੈ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਏ। ਜਦ ਗੁਰੂ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਕਿ ਆ ਸੰਸਾਰ ਵਿੱਚ ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜਿਹਨੇ ਆਪਣੇ ਸੂਤਰ ਵਿੱਚ ਸਾਰੇ ਪਰੋ ਕੇ ਰੱਖੇ ਹੋਏ ਨੇ। ਜਦ ਪ੍ਰਾਣ ਹੀ ਉਹਦੇ ਹੱਥ ਵਿੱਚ ਨੇ ਤੇ ਇਹਦਾ ਮਤਲਬ ਸਾਡੀ ਡੋਰੀ ਉਹਦੇ ਹੱਥ ਵਿੱਚ ਹੈ, ਤੇ ਫਿਰ ਇਹ ਸਾਰਾ ਜਹਾਨ ਉਹਦੇ ਹੁਕਮ ਦੇ ਸੂਤ ਵਿੱਚ ਪਰੋਇਆ ਹੋਇਆ ਹੈ। ਜਿਹਨੂੰ ਸਮਝ ਆ ਗਈ ਉਹਨੂੰ, ਜਿਹਨੂੰ ਨਹੀਂ ਸਮਝ ਆਈ ਉਹ ਤੇ ਕਹਿੰਦਾ ਇਹ ਸੰਸਾਰ ਵੀ ਮੇਰਾ, ਇਹ ਧਨ ਪਦਾਰਥ ਵੀ ਮੇਰੇ ਤੋਂ ਅੱਗੇ ਕੌਣ ਲੰਘ ਸਕਦਾ ਹੈ, ਮੇਰੇ ਤੋਂ ਵੱਡਾ ਕੌਣ ਹੋ ਸਕਦਾ ਹੈ। ਪਰ ਜਿਹਨੂੰ ਸਮਝ ਆ ਗਈ ਉਹ ਕਹਿੰਦੇ ਮਨ ਧਨ ਤੇਰੋ ਪ੍ਰਾਣੰ, ਏਕੈ ਸੂਤ ਹੈ ਜਹਾਨੰ। ਇਹ ਮਾਲਕ ਜੀ, ਇਹ ਸਾਰਾ ਜਹਾਨ ਦੇ ਸਾਰੇ ਜੀਵ, ਇਹ ਸਾਰੇ ਤੁਹਾਡੇ ਹੁਕਮ ਦੇ ਸੂਤ ਵਿੱਚ ਪਰੋਏ ਹੋਏ ਨੇ। ਕਵਨ ਉਪਮਾ ਦਿਓ ਵੱਡੇ ਤੇ ਵੱਡਾਨੰ। ਮੈਂ ਤੁਹਾਡੀ ਉਪਮਾ ਕਿਹਦੇ ਨਾਲ ਦਿਆਂ?
ਤੁਹਾਡੀ ਉਪਮਾ ਦੀ ਤੁਲਨਾ ਕਿਹਦੇ ਨਾਲ ਕਰਾਂ? ਕੋਈ ਦੂਜਾ ਨਜ਼ਰ ਹੀ ਨਹੀਂ ਆਉਂਦਾ ਪਿਆ ਜਿਹਦੇ ਨਾਲ ਤੁਹਾਡੀ ਉਪਮਾ ਦੀ ਤੁਲਨਾ ਦਿੱਤੀ ਜਾ ਸਕੇ। ਕਿਉਂਕਿ ਤੁਸੀਂ ਵੱਡੇ ਤੇ ਵਡਾਨੰ, ਤੁਸੀਂ ਵੱਡੇ ਤੋਂ ਵੀ ਵੱਡੇ ਹੋ। ਦੁਨੀਆ ਵਿੱਚ ਬੜੇ ਵੱਡੇ ਰਾਜੇ ਮਹਾਰਾਜੇ ਹੁਕਮਰਾਨ ਆਏ, ਪਰ ਉਸ ਮਾਲਕ ਤੋਂ ਵੱਡਾ ਕੋਈ ਵੀ ਨਹੀਂ। ਰੱਬ ਤੋਂ ਵੱਡਾ ਤੇ ਕੋਈ ਨਹੀਂ ਆਇਆ ਨਾ। ਵੱਡੇ ਹੁਕਮਰਾਨ ਆਏ ਇਸ ਧਰਤੀ ਤੇ ਆਪਣਾ ਹੁਕਮ ਚਲਾਉਂਦਿਆਂ, ਔਰ ਉਹਨਾਂ ਨੇ ਕਤਲੇਆਮ ਵੀ ਬੜੇ ਕੀਤੇ, ਜ਼ੁਲਮ ਵੀ ਬੜਾ ਕੀਤਾ। ਉਹਨਾਂ ਨੇ ਆਪਣੇ ਆਪ ਨੂੰ ਵੱਡਾ ਕਹਿ ਕੇ ਕਿ ਮੇਰੇ ਤੋਂ ਵੱਡਾ ਕੋਈ ਵੀ ਨਹੀਂ, ਮੇਰੇ ਤੋਂ ਵੱਡਾ ਕੋਈ ਨਹੀਂ। ਜਿੱਦਣ ਵੱਡੇ ਦੀ ਮਾਰ ਪਈ ਤਾਂ ਮਿੱਟੀ ਵਿੱਚ ਮਿਲ ਗਏ। ਜਿਹੜੇ ਆਪਣੇ ਆਪ ਨੂੰ ਵੱਡਾ ਕਹਾਉਂਦੇ ਸੀ, ਹਿਟਲਰ ਵਰਗੇ ਆਏ, ਅਹਿਮਦ ਸ਼ਾਹ ਅਬਦਾਲੀ ਵਰਗੇ ਆਏ, ਔਰੰਗਜ਼ੇਬ ਵਰਗੇ ਆਏ, ਬਾਬਰ ਵਰਗੇ ਆਏ, ਦੁਰਯੋਧਨ ਵਰਗੇ ਆਏ, ਬੜੇ ਹੰਕਾਰੀ ਆਏ ਇਸ ਧਰਤੀ ਤੇ ਆਪਣਾ ਹੁਕਮ ਚਲਾਉਣ। ਪਰ ਜਿੱਦਣ ਵੱਡੇ ਦਾ ਹੁਕਮ ਚੱਲਿਆ, ਉਦਣ ਉਹ ਪਤਾ ਹੀ ਨਹੀਂ ਲੱਗਾ ਕਿੱਥੇ ਗਏ, ਮਿੱਟੀ ਦੇ ਵਿੱਚ ਮਿੱਟੀ ਹੋ ਗਏ। ਇਸ ਲਈ ਕਹਿ ਰਹੇ ਨੇ ਕਿ ਹੇ ਮਾਲਕ ਜੀ, ਇਹ ਸਾਰਾ ਸੰਸਾਰ ਜਹਾਨ ਤੁਹਾਡੇ ਹੁਕਮ ਦੇ ਸੂਤ ਵਿੱਚ ਪਰੋਤਾ ਹੋਇਆ ਹੈ। ਤੁਹਾਡੀ ਉਪਮਾ ਕਿਹਦੇ ਨਾਲ ਦਿੱਤੀ ਜਾਏ? ਕਵਨ ਉਪਮਾ ਦਿਓ, ਕਿਹਦੇ ਨਾਲ ਮੈਂ ਤੁਹਾਡੀ ਉਪਮਾ ਜਿਹੜੀ ਦੇਵਾਂ? ਕਿਹਦੇ ਨਾਲ ਤੁਹਾਡੀ ਤੁਲਨਾ ਕਰਾਂ? ਵੱਡੇ ਤੇ ਵਡਾਨੰ, ਤੁਸੀਂ ਵੱਡੇ ਤੋਂ ਵੀ ਵੱਡੇ ਹੋ। ਦੁਨੀਆ ਵਿੱਚ ਵੇਖਾਂ ਤੇ ਇੱਕ ਦੂਜੇ ਤੋਂ ਵੱਡੇ ਬਹੁਤ ਨੇ, ਮੁਲਕ ਵੀ ਇੱਕ ਦੂਜੇ ਤੋਂ ਵੱਡੇ ਨੇ, ਤੇ ਮੁਲਕਾਂ ਵਿੱਚ ਰਹਿਣ ਵਾਲੇ ਵੀ ਇੱਕ ਦੂਜੇ ਤੋਂ ਵੱਡੇ ਨੇ, ਪਰ ਤੁਸੀਂ ਤਾਂ ਵੱਡੇ ਤੋਂ ਵੀ ਵੱਡਾ ਹੋ। ਤੁਹਾਡੀ ਉਪਮਾ ਕਿਹਦੇ ਨਾਲ ਦਿੱਤੀ ਜਾਏ? ਅਸੀਂ ਤਾਂ ਸੂਰਜ ਨਾਲ ਵੀ ਤੁਹਾਡੀ ਉਪਮਾ ਨਹੀਂ ਦੇ ਸਕਦੇ, ਕਿਉਂਕਿ ਸੂਰਜ ਨੂੰ ਰੋਸ਼ਨੀ ਦੇਣ ਵਾਲੇ ਵੀ ਤੁਸੀਂ ਹੋ। ਕਿਸੇ ਰਾਜੇ ਨਾਲ ਵੀ ਤੁਲਨਾ ਨਹੀਂ ਦੇ ਸਕਦੇ, ਕਿਉਂਕਿ ਤੁਸੀਂ ਰਾਜਿਆਂ ਦੇ ਰਾਜੇ ਹੋ। ਹੇ ਮਾਲਕ ਜੀ, ਤੁਹਾਡੀ ਉਪਮਾ ਕਰੀਏ ਤਾਂ ਕਿਸ ਦੀ ਤੁਲਨਾ ਨਾਲ ਕਰੀਏ? ਕਿਤੇ ਦੂਜੇ ਬੰਦੇ ਦੀ ਜਿਹੜੀ ਹੈ ਤੁਲਨਾ ਕਰਕੇ ਤੁਹਾਡੀ ਉਪਮਾ ਕਰੀਏ? ਕਿਉਂ? ਕਿਉਂਕਿ ਭਾਨਾਨ ਭਾਨ, ਰਾਜਾਨ ਰਾਜ। ਕਹਿੰਦੇ ਨੇ ਤੁਸੀਂ ਰਾਜਿਆਂ ਤੋਂ ਵੀ ਰਾਜੇ ਹੋ ਤੇ ਸੂਰਜਾਂ ਦੇ ਵੀ ਸੂਰਜ ਹੋ। ਉਪਮਾ ਮਹਾਨ, ਤੁਹਾਡੀ ਉਪਮਾ ਬਹੁਤ ਮਹਾਨ ਹੈ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਤੁਸੀਂ ਤਾਂ ਰਾਜਾਨ ਰਾਜ ਹੋ। ਦੁਨੀਆ ਵਿੱਚ ਬੜੇ ਰਾਜੇ ਆਏ, ਪਰ ਉਹ ਤੁਹਾਡੀ ਬਰਾਬਰੀ ਨਹੀਂ ਕਰ ਸਕੇ, ਕਿਉਂਕਿ ਤੁਹਾਡੀ ਬਰਾਬਰੀ ਕਰਨ ਵਾਲਾ ਹੈ ਹੀ ਕੋਈ ਨਹੀਂ। ਤੁਧ ਬਿਨ ਦੂਜਾ ਨਾਹੀਂ ਕੋਏ। ਇਸ ਲਈ ਕਹਿ ਰਹੇ ਨੇ ਕਿ ਉਹ ਪਰਮੇਸ਼ਵਰ ਜਿਹਦੇ ਹੁਕਮ ਵਿੱਚ ਸਾਰਾ ਜਹਾਨ ਜਿਹੜਾ ਉਹਦੇ ਹੁਕਮ ਦੇ ਸੂਤ ਵਿੱਚ ਪਰੋਤਾ ਹੋਇਆ ਹੈ, ਉਹ ਵੱਡੇ ਤੋਂ ਵੀ ਵੱਡਾ ਹੈ। ਜਿੱਥੇ ਤੱਕ ਨਾ ਗਿਆਨ ਜਾਣੇ ਤੇ ਨਾ ਸਾਡਾ ਖਿਆਲ, ਸਾਡਾ ਧਿਆਨ ਜਾਣਾ ਹੈ, ਜਿਹਦੀ ਕੀਮਤ ਦੱਸੀ ਨਹੀਂ ਜਾ ਸਕਦੀ। ਜਾਣੈ ਕੌਣ ਤੇਰੋ ਭਇਓ, ਅਲਖ ਅਪਾਰ ਦਿਓ। ਕਹਿੰਦੇ ਜਾਣੈ ਕੌਣ ਤੇਰੋ ਭਇਓ। ਭਇਓ ਦਾ ਅਰਥ ਹੈ ਭੇਦ। ਕੌਣ ਜਾਣਦਾ ਦੁਨੀਆ ਵਿੱਚ ਤੁਹਾਡਾ ਭੇਦ? ਸਾਰੀ ਦੁਨੀਆ ਰਾਮ ਰਾਮ ਰੱਬ ਰੱਬ ਕਰ ਰਹੀ ਹੈ, ਪਰ ਉਸ ਰੱਬ ਨੂੰ, ਰਾਮ ਨੂੰ ਪਾਇਆ ਕਿਨੇ ਹੈ? ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ, ਕਿਉਂਕਿ ਭੇਦ ਹੀ ਨਹੀਂ ਸਾਨੂੰ ਪਤਾ। ਜਿੰਨਾ ਚਿਰ ਭੇਦ ਨਹੀਂ ਖੁੱਲੇਗਾ ਉਹਨਾਂ ਚਿਰ ਸਮਝ ਨਹੀਂ, ਰਮਜ ਨਹੀਂ ਸਮਝ ਆਏਗੀ, ਉਹਨਾਂ ਚਿਰ ਪੜਦੇ ਨਹੀਂ ਸਾਡੇ ਜਿਹੜੇ ਆ ਉਹ ਖੁੱਲਣੇ। ਹੁਣ ਉਹਦਾ ਭੇਦ ਪਾਇਆ ਕਿਨੇ ਹੈ? ਗੁਰੂ ਸਾਹਿਬ ਦੇ ਬਚਨ ਗੁਰੂ ਗੋਬਿੰਦ ਸਿੰਘ ਜੀ ਦੇ ਕਈ ਵਾਰ ਤੁਹਾਡੇ ਨਾਲ ਸਾਂਝੇ ਕੀਤੇ। ਸਾਹਿਬ ਕਹਿੰਦੇ ਮੈਂ ਚਾਰੇ ਪਾਸੇ ਨਜ਼ਰ ਮਾਰਦਾ ਪਿਆ, ਕੋਈ ਮੱਥੇ ਤਿਲਕ ਲਾ ਕੇ ਬੈਠਾ, ਕੋਈ ਚੋਲਾ ਭਗਵਾ ਪਾ ਕੇ ਬੈਠਾ, ਕੋਈ ਹੱਥ ਵਿੱਚ ਮਾਲਾ ਪਕੜ ਕੇ ਬੈਠਾ, ਕੋਈ ਜੰਗਲ ਵਿੱਚ ਬੈਠਾ, ਕੋਈ ਪਹਾੜ ਤੇ ਬੈਠਾ, ਕੋਈ ਦਰਿਆਵਾਂ ਦੇ ਕੰਢੇ ਤੇ ਬੈਠਾ, ਕੋਈ ਧਰਮ ਦਾ ਚਿੰਨ੍ਹ ਗਲ ਵਿੱਚ ਪਾ ਕੇ ਬੈਠਾ, ਕੋਈ ਪੁੱਠਾ ਲਟਕਦਾ ਫਿਰਦਾ, ਕੋਈ ਪੂਰਬ ਵੱਲ ਨੂੰ ਮੂੰਹ ਕਰਕੇ ਬੈਠਾ, ਕੋਈ ਪੱਛਮ ਵੱਲ ਨੂੰ ਮੂੰਹ ਕਰਕੇ ਬੈਠਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੈਰਾਨੀ ਵਾਲੀ ਗੱਲ ਪਤਾ ਕੀ ਹੈ? ਕਿ ਆ ਜਿੰਨੇ ਵੀ ਮੈਂ ਵੇਖੇ ਨੇ ਨਾ, ਅਸਲ ਵਿੱਚ ਇਹਨਾਂ ਨੂੰ ਕਿਸੇ ਨੂੰ ਵੀ ਰੱਬ ਦਾ ਭੇਦ ਨਹੀਂ ਪਤਾ, ਕਿਸੇ ਨੂੰ ਨਹੀਂ ਪਤਾ। ਭਾਵੇਂ ਕੋਈ ਪੂਰਬ ਵੱਲ ਨੂੰ ਮੂੰਹ ਕਰਕੇ ਬੈਠਾ, ਭਾਵੇਂ ਪੱਛਮ ਵੱਲ ਨੂੰ ਮੂੰਹ ਕਰਕੇ ਬੈਠਾ, ਭਾਵੇਂ ਉਹ ਗਲ ਵਿੱਚ ਧਰਮ ਦਾ ਚਿੰਨ੍ਹ ਪਾ ਕੇ ਬੈਠਾ, ਭਾਵੇਂ ਮੱਥੇ ਤਿਲਕ ਲਾ ਕੇ ਬੈਠਾ, ਭਾਵੇਂ ਧਰਮ ਦਾ ਲਿਬਾਸ ਪਾ ਕੇ ਬੈਠਾ, ਪਰ ਹਕੀਕਤ ਤਾਂ ਇਹ ਹੈ ਕਿ ਸ਼੍ਰੀ ਭਗਵਾਨ
ਕੋ ਭੇਦ ਨਾ ਪਾਇਓ। ਨਹੀਂ ਭੇਦ ਪਤਾ ਉਹਦਾ, ਪਰ ਉਹਦੇ ਗੁਣ ਗਾਣ ਅਸੀਂ ਕਰ ਰਹੇ ਹਾਂ। ਇਸ ਲਈ ਕਹਿ ਰਹੇ ਨੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ, ਜਾਣੈ ਕੌਣ ਤੇਰੋ ਭਿਓ। ਕੌਣ ਤੇਰਾ ਭੇਦ ਜਾਣਦਾ ਹੈ? ਅਲਖ ਅਪਾਰ ਦਿਓ। ਅਲਖ ਜਿਹਨੂੰ ਲਖਿਆ ਨਹੀਂ ਜਾ ਸਕਦਾ, ਜਿਹਨੂੰ ਆਪਣੀ ਮਤ ਅਨੁਸਾਰ ਜਾਣਿਆ ਨਹੀਂ ਜਾ ਸਕਦਾ। ਜਿੱਥੇ ਆ ਕੇ ਸਾਡੀ ਮਤ ਫੇਲ ਹੋ ਜਾਂਦੀ ਹੈ, ਸਾਡੀ ਸਿਆਣਪ ਆ ਕੇ ਖਤਮ ਹੋ ਜਾਂਦੀ ਹੈ, ਉਹਨੂੰ ਜਾਣਿਆ ਹੀ ਨਹੀਂ ਜਾ ਸਕਦਾ। ਅਪਾਰ ਜਿਹੜਾ ਪਰੇ ਤੋਂ ਵੀ ਪਰੇ, ਬੇਅੰਤ ਹੈ। ਦਿਓ, ਦਿਓ ਦਾ ਅਰਥ ਹੈ ਦੇਵ, ਦੇਵ ਦਾ ਅਰਥ ਹੈ ਪ੍ਰਕਾਸ਼ ਰੂਪ। ਉਹਦੇ ਪ੍ਰਕਾਸ਼ ਦਾ ਕੋਈ ਅੰਤ ਹੀ ਨਹੀਂ। ਜਿਹੜਾ ਉਹ ਪ੍ਰਕਾਸ਼ ਰੂਪ ਹੈ ਨਾ, ਉਹਦਾ ਤੇ ਕੋਈ ਅੰਤ ਹੀ ਨਹੀਂ, ਉਹਨੂੰ ਲਖਿਆ ਹੀ ਨਹੀਂ ਜਾ ਸਕਦਾ। ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ। ਕਹਿਣ ਲੱਗੇ ਉਹ ਅਕਲ ਕਲਾ ਹੈ, ਉਹਦੀ ਜਿਹੜੀ ਕਲਾ ਵਰਤਦੀ ਹੈ ਨਾ, ਸਾਡੀ ਅਕਲ ਤੋਂ ਪਰੇ ਹੈ। ਜਿਹੜੀ ਉਹਦੀ ਕਲਾ ਤੇ ਵਰਤ ਰਹੀ ਹੈ ਨਾ, ਉਹਦੀ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਨੂੰ ਸਮਝੀਏ, ਗੁਰਬਾਣੀ ਵਿੱਚ ਵੀ ਉਹਦੀ ਕਲਾ ਵਰਤ ਰਹੀ ਹੈ। ਜੇ ਬੰਦੇ ਦੀ ਸੋਚ ਬਦਲ ਜੇ, ਗੁਰਬਾਣੀ ਪੜ੍ਹ ਸੁਣ ਕੇ ਬੰਦੇ ਦੀ ਸੋਚ ਬਦਲ ਜਾਏ ਤੇ ਕਲਾ ਹੀ ਹੈ। ਬੰਦੇ ਦੀਆਂ ਆਦਤਾਂ ਮਾੜੀਆਂ ਛੁੱਟ ਜਾਣ ਤੇ ਕਲਾ ਹੀ ਵਰਤੀ ਹੈ। ਬੰਦੇ ਦੀਆਂ ਮਾੜੇ ਆਦਤਾਂ, ਮਾੜੀ ਸੰਗਤ ਛੁੱਟ ਜਾਏ, ਮਾੜਾ ਰਾਹ ਛੁੱਟ ਜਾਏ, ਬੰਦੇ ਦੇ ਅੰਦਰੋਂ ਮਾੜੇ ਖਿਆਲ ਮੁੱਕ ਜਾਣ ਗੁਰਬਾਣੀ ਦਾ ਆਸਰਾ ਲੈ ਕੇ, ਤੇ ਫਿਰ ਗੁਰਬਾਣੀ 'ਚ ਕਲਾ ਹੀ ਵਰਤੀ ਹੈ। ਅਸੀਂ ਇਹਨੂੰ ਕਰਾਮਾਤ ਦਾ ਨਾਮ ਦੇ ਕੇ ਲੜੀ ਜਾਂਦੇ ਪਏ ਹਾਂ। ਕਰਾਮਾਤ ਹੋਰ ਹੈ, ਗੁਰਬਾਣੀ ਵਿੱਚ ਤਾਂ ਕਲਾ ਅੱਜ ਵੀ ਵਰਤ ਰਹੀ ਹੈ। ਕਈ ਵਾਰ ਜ਼ਿਕਰ ਕੀਤਾ, ਬਹੁਤ ਐਸੇ ਸਰੀਰ ਗੁਰੂ ਘਰ ਵਿੱਚ ਇਸ ਅਸਥਾਨ ਤੇ ਆ ਕੇ ਜੁੜਦੇ ਨੇ, ਜਿਹੜੇ ਆਪਣੇ ਮੂੰਹੋਂ ਕਹਿੰਦੇ ਨੇ ਵੀ ਕਲਾ ਤਾਂ ਵਰਤੀ ਹੈ, ਕਲਾ ਤਾਂ ਜ਼ਰੂਰ ਵਰਤੀ ਹੈ। ਅਸੀਂ ਇੱਕ ਦਿਹਾੜੀ 'ਚ 2-2, 4-4 ਨਸ਼ੇ ਦੇ ਟੀਕੇ ਲਾਉਣ ਵਾਲੇ ਅੱਜ ਉਧਰ ਮੂੰਹ ਨਹੀਂ ਕਰਦੇ, ਕਲਾ ਤਾਂ ਵਰਤੀ ਹੈ। ਅਸੀਂ ਅੰਮ੍ਰਿਤ ਦਾ ਸਾਨੂੰ ਸਮਝ ਨਹੀਂ ਸੀ, ਅੰਮ੍ਰਿਤ ਦੀ ਦਾਤ ਮੰਗ ਕੇ ਲਈ ਹੈ ਕਿ ਸਾਨੂੰ 5 ਕਕਾਰ ਵੀ ਮਿਲ ਜਾਣ ਤੇ ਬਾਣੀ ਦੀ ਦਾਤ ਵੀ ਮਿਲ ਜਾਏ, ਕਲਾ ਤੇ ਵਰਤੀ ਹੈ। ਜਿੱਧਰ ਅੰਮ੍ਰਿਤ ਵੇਲੇ ਉੱਠਣ ਨੂੰ ਕਦੇ ਦਿਲ ਨਹੀਂ ਸੀ ਕਰਦਾ, ਕਦੇ 10 ਵਜੇ ਤੋਂ ਪਹਿਲਾਂ ਜਾਗ ਨਹੀਂ ਸੀ ਆਈ, ਅੱਜ 4 ਵਜੇ ਤੋਂ ਬਾਅਦ ਮੰਜੇ ਤੇ ਪੈਣ ਨੂੰ ਦਿਲ ਨਹੀਂ ਕਰਦਾ। ਮਨ ਕਾਹਲਾ ਪੈਂਦਾ ਵੀ 4 ਵੱਜ ਗਏ, 3 ਵੱਜ ਗਏ, 5 ਵੱਜ ਗਏ, ਉੱਠ ਮਨਾ, ਉੱਠ ਕੇ ਨਾਮ ਦਾ ਅਭਿਆਸ ਕਰ। ਕਲਾ ਤੇ ਵਰਤੀ ਹੈ। ਇੱਕ ਟਾਈਮ ਉਹ ਸੀ ਜਦੋਂ 10 ਵਜੇ ਤੱਕ ਵੀ ਮੰਜਾ ਛੱਡਣ ਨੂੰ ਚਿੱਤ ਨਹੀਂ ਸੀ ਕਰਦਾ। ਘਰ ਦੇ ਵੀ ਬੋਲਦੇ ਸੀ ਵੀ ਕੁਝ ਕੰਮ ਧੰਦਾ ਕਰ ਲੈ, ਸੂਰਜ ਸਿਖਰ ਤੇ ਚੜ੍ਹ ਆਇਆ, ਉਦੋਂ ਵੀ ਗੱਲ ਨਹੀਂ ਸੀ ਸਮਝ ਆਉਂਦੀ। ਅੱਜ ਮੰਜੇ ਤੇ ਪੈਣ ਨੂੰ ਦਿਲ ਨਹੀਂ ਕਰਦਾ। ਕਲਾ ਤੇ ਵਰਤੀ ਹੈ ਗੁਰਬਾਣੀ 'ਚ। ਮਾੜੀ ਸੰਗਤ, ਮਾੜੇ ਆਦਤਾਂ, ਮਾੜੇ ਨਸ਼ਿਆਂ ਵੱਲ ਜੀਵਨ ਗਲਤਾਨ ਹੋ ਗਿਆ। ਅੱਜ ਉਸ ਪਾਸੇ ਨੂੰ ਧਿਆਨ ਵੀ ਨਹੀਂ ਜਾਂਦਾ। ਕਲਾ ਤੇ ਵਰਤੀ ਹੈ ਗੁਰਬਾਣੀ ਦੀ। ਐਸੇ ਭਿਆਨਕ ਰੋਗ ਲੱਗ ਗਏ ਜਿਹਦਾ ਇਲਾਜ ਡਾਕਟਰਾਂ ਨੇ ਵੀ ਕਹਿ ਦਿੱਤਾ ਨਹੀਂ ਹੋ ਸਕਦਾ, ਤੇ ਸੰਗਤ ਵਿੱਚ ਆਉਣਾ, ਬਹਿਣਾ, ਗੁਰਬਾਣੀ ਨਾਲ ਜੁੜਨਾ, ਤੇ ਉਹ ਰੋਗ ਪਤਾ ਹੀ ਨਹੀਂ ਕਿੱਥੇ ਗਿਆ। ਕਲਾ ਤੇ ਵਰਤੀ ਹੈ ਗੁਰਬਾਣੀ 'ਚ। ਇੱਕ ਨਹੀਂ ਹਜ਼ਾਰਾਂ ਐਸੇ ਸਾਨੂੰ ਮਿਲ ਜਾਣਗੇ। ਮਿਸਾਲ ਜਿਨ੍ਹਾਂ ਦੀ ਦਿੱਤੀ ਜਾ ਸਕਦੀ ਹੈ ਵੀ ਜਿੱਥੇ ਗੁਰਬਾਣੀ ਦੀ, ਉਹਦੇ ਨਾਮ ਦੀ ਕਲਾ ਵਰਤੀ ਹੈ, ਤੇ ਗੁਰੂ ਸਾਹਿਬ ਕਹਿੰਦੇ ਆ ਉਹਦਾ ਨਾਮ ਹੈ ਹੀ ਦੁੱਖ ਨੂੰ ਨਾਸ਼ ਕਰਨ ਵਾਲਾ। ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਤੇ ਉਹ ਕਲਾ ਵਰਤੇਗੀ। ਅਸੀਂ ਉਹਨੂੰ ਕਰਾਮਾਤ ਦਾ ਨਾਮ ਦੇ ਕੇ ਗਲਤ ਪਾਸੇ ਨਾ ਲੈ ਜਾਈਏ। ਗਲਤ ਪ੍ਰਚਾਰ ਕਰਕੇ ਮਨ ਵਿੱਚ ਸ਼ਰਧਾ ਦੀ ਜਗ੍ਹਾ ਤੇ ਸ਼ੰਕਾ ਨਾ ਪੈਦਾ ਕਰੀਏ। ਉਹਨੂੰ ਸ਼ਰਧਾ ਨੂੰ ਰਹਿ ਕੇ ਕਲਾ ਵਰਤ ਰਹੀ ਹੈ, ਉਹਦੇ ਵੱਲ ਆਪਾਂ ਜਿਹੜਾ ਉਹ ਧਿਆਨ ਦੇ ਕੇ ਸੁਚੇਤ ਹੋਈਏ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ, ਕਹਿਣ ਲੱਗੇ ਉਸ ਮਾਲਕ ਦੀ ਜਿਹੜੀ ਕਲਾ ਵਰਤ ਰਹੀ ਹੈ ਨਾ, ਆ ਕਲਾ ਹੀ ਵਰਤੀ ਹੈ। ਰੋਜ਼ ਤਕਰੀਬਨ ਆਪ ਜੀ ਨਾਲ ਸਾਂਝ ਪਾਈਦੀ ਹੈ ਕਿ ਜੇ ਕਿਤੇ ਇੱਕ ਮੁਲਕ ਦਾ ਜਿਹੜਾ ਹੁਕਮਰਾਨ ਹੁਕਮ ਕਰ ਦੇਵੇ ਤਾਂ ਉਹ ਸਾਰੀ ਦੁਨੀਆ ਦੇ ਮੂੰਹ ਨਹੀਂ ਬੰਦ ਕਰਾ ਸਕਦਾ। ਸਾਰੇ ਦੁਨੀਆ ਨੂੰ ਆਪਣੇ ਘਰ ਵਿੱਚ ਨਹੀਂ ਉਹ ਬੰਨ ਕੇ ਰੋਕ ਸਕਦਾ। ਸਾਰੀ ਦੁਨੀਆ ਨੂੰ ਇੱਕਦਮ ਨਹੀਂ ਰੋਕਿਆ ਜਾ ਸਕਦਾ। ਪਰ ਕਲਾ ਤੇ ਵਰਤੀ ਹੈ ਨਾ, ਪੂਰੀ ਦੀ ਪੂਰੀ ਦੁਨੀਆ ਹੀ ਜਾਮ ਕਰਕੇ ਰੱਖਤੀ। ਪੂਰੇ ਦਾ ਪੂਰਾ ਸਿਸਟਮ ਹੀ ਇੱਕਦਮ ਖਲੋ ਕੇ ਰਹਿ ਗਿਆ, ਖਲੋ ਗਿਆ। ਕਲਾ ਤੇ ਵਰਤੀ ਹੈ ਨਾ ਉਹਦੀ। ਇਸ ਲਈ ਸਤਿਗੁਰੂ ਜੀ ਕਹਿ ਰਹੇ ਨੇ ਸਾਡੀ ਅਕਲ ਤੋਂ ਪਰੇ ਹੈ। ਉੱਥੇ ਸਾਡੀ ਅਕਲ ਕੰਮ ਨਹੀਂ ਕਰਦੀ। ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ। ਧਾਨੰ ਦਾ ਅਰਥ ਹੁੰਦਾ ਆਸਰਾ।
ਸਾਰਿਆਂ ਦਾ ਆਸਰਾ ਕੌਣ ਹੈ? ਪ੍ਰਭੂ। ਜਿੱਥੇ ਸਾਰੇ ਆਸਰੇ ਟੁੱਟ ਭੱਜ ਜਾਣ, ਉੱਥੇ ਇੱਕੋ ਹੀ ਆਸਰਾ ਕੰਮ ਆਉਂਦਾ ਹੈ, ਉਸ ਪਰਮੇਸ਼ਵਰ ਦਾ। ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ, ਉੱਥੇ ਇੱਕੋ ਹੀ ਆਸਰਾ ਕੰਮ ਆਉਣਾ ਹੈ, ਪ੍ਰਭੂ ਦਾ, ਪਰਮੇਸ਼ਵਰ ਦਾ। ਕਹਿੰਦੇ ਜਿੱਥੇ ਸਾਰਿਆਂ ਨੇ ਸਾਥ ਛੱਡ ਜਾਣਾ, ਆਪਣੇ ਵੀ ਬੇਗਾਨੇ ਹੋ ਜਾਣਗੇ, ਉੱਥੇ ਇੱਕ ਦਾ ਹੀ ਸਹਾਰਾ ਮਿਲਣਾ, ਉਹ ਹੈ ਪਰਮੇਸ਼ਵਰ ਦੇ ਨਾਮ ਦਾ। ਤਾਂ ਹੀ ਆਖਿਆ ਸੀ, ਧਰ ਜੀਅਰ ਇੱਕ ਟੇਕ ਤੋਂ ਲਾਹੇ ਬਿਡਾਨੀ ਆਸ, ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਇੱਕ ਦਾ ਆਸਰਾ ਲੈ। ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਾਉ ਜਾਏ। ਇੱਕ ਦੀ ਆਸ ਮਨ ਵਿੱਚ ਰੱਖੋ, ਕਿਉਂਕਿ ਇੱਕ ਦਾ ਹੀ ਆਸਰਾ ਹੈ ਸਾਰੇ ਸੰਸਾਰ ਵਿੱਚ। ਸਭ ਕਹਿੰਦੇ ਪ੍ਰਭ ਸਰਬ ਕੋ ਧਾਨੰ, ਹੇ ਪ੍ਰਭ ਜੀ ਤੁਹਾਡੀ ਕਲਾ ਵਰਤ ਰਹੀ ਹੈ ਜਿੱਥੇ ਸਾਡੀ ਅਕਲ ਕੰਮ ਨਹੀਂ ਕਰਦੀ। ਤੁਸੀਂ ਸਾਰੇ ਸੰਸਾਰ, ਜਿੱਥੇ ਸਾਰਾ ਸੰਸਾਰ ਤੁਹਾਡੇ ਹੁਕਮ ਦੇ ਸੂਤ ਵਿੱਚ ਪਰੋਇਆ ਹੈ, ਉੱਥੇ ਤੁਸੀਂ ਸਾਰੇ ਜੀਆਂ ਦਾ ਆਸਰਾ ਵੀ ਤੁਸੀਂ ਹੋ। ਜਨ ਨਾਨਕ ਭਗਤ ਦਰ, ਤੁਲ ਬ੍ਰਹਮ ਸੰਸਰ, ਏਕ ਜੀਹ ਕਿਆ ਬਖਾਨੈ। ਫਿਰ ਰਿਪੀਟ ਕੀਤਾ, ਜੋ ਸਵਈਏ ਵਿੱਚ ਆਪਾਂ ਤਕਰੀਬਨ ਬਾਰ-ਬਾਰ ਇਸ ਗੱਲ ਨੂੰ ਚੇਤੇ ਕਰਦੇ ਆ ਰਹੇ ਹਾਂ। ਸਾਹਿਬ ਕਹਿੰਦੇ ਕੋਈ ਮੈਂ ਮਾਣ ਨਾਲ ਨਹੀਂ ਕਹਿ ਰਿਹਾ, ਕਿਉਂਕਿ ਮੈਂ ਉਸ ਦਰ ਤੇ ਪਰਵਾਨਿਆ ਹੋਇਆ, ਉਹਦੇ ਵਿੱਚ ਲੀਨ ਹੋਇਆ ਤਾਂ ਮੈਂ ਦੁਨੀਆ ਨੂੰ ਤੁਹਾਨੂੰ ਜਿਹੜਾ ਉਹ ਦੱਸ ਰਿਹਾ ਹਾਂ ਕਿ ਉਹ ਅਕਾਲ ਪੁਰਖ ਪਰਮੇਸ਼ਵਰ ਕੀ ਹੈ, ਉਹ ਇੱਕ ਰੱਬ ਕੀ ਹੈ, ਜਿਸ ਰੱਬ ਨੂੰ ਪਾਉਣ ਲਈ ਤੁਸੀਂ ਥਾਂ ਤੇ ਭਟਕਦੇ ਪਏ ਹੋ, ਰੱਬ ਦੇ ਨਾਮ ਤੇ ਲੜਦੇ ਪਏ ਹੋ, ਰੱਬ ਦੇ ਨਾਂ ਤੇ ਕਤਲੇਆਮ ਕਰ ਰਹੇ ਹੋ, ਧਰਮਾਂ ਦੇ ਨਾਲ ਧਰਮ ਸਥਾਨਾਂ ਦਾ ਖਿਲਵਾੜ ਕਰ ਰਹੇ ਹੋ, ਉਹ ਰੱਬ ਕੀ ਹੈ। ਸਾਹਿਬ ਕਹਿੰਦੇ ਇਹ ਸਾਰੀ ਜਾਣਕਾਰੀ ਕਦੋਂ ਦਿੱਤੀ ਹੈ? ਜਨ ਨਾਨਕ ਭਗਤ ਦਰ। ਨਾਨਕ ਦੇ ਕੱਕੇ ਨੂੰ ਔਂਕੜ ਗੁਰੂ ਸਾਹਿਬ ਆਪਣੀ ਗੱਲ ਕਰਦੇ ਆ ਕਿ ਜਨ ਭਗਤ ਬਣ ਕੇ ਉਹਦੇ ਦਰ ਉੱਤੇ, ਮਾਲਕ ਦੇ ਦਰ ਉੱਤੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿ ਰਹੇ ਨੇ, ਤੁਲ ਬ੍ਰਹਮ ਸਮਸਰ, ਪ੍ਰਵਾਨ ਹੋ ਕੇ ਮੈਂ ਉਹਦੇ ਤੁਲ, ਉਹਦੇ ਬਰਾਬਰ, ਉਹਦੇ ਸਮਸਰ, ਉਹਦੇ ਬਰਾਬਰ ਜਿਹੜਾ ਨਿਰੰਕਾਰ ਦੇ ਉਹਦੇ ਚਰਨਾਂ ਵਿੱਚ ਲੀਨ ਹੋ ਕੇ ਕਹਿ ਰਿਹਾ, ਏਕ ਜਿਹੀ ਕਿਆ ਬਖਾਨੈ। ਅੱਜ ਜਿੰਨੀ ਵੀ ਗੱਲ ਕੀਤੀ ਨਾ ਗੁਰੂ ਸਾਹਿਬ ਨੇ, ਸਰਬ ਗੁਣ ਨਿਧਾਨੰ ਹੈ, ਜਿਹਦੀ ਕੀਮਤ ਨਹੀਂ ਦੱਸੀ ਜਾ ਸਕਦੀ। ਉਹ ਉੱਚੇ ਤੋਂ ਉੱਚਾ ਹੈ, ਉਹਦਾ ਥਾਂ ਸਭ ਤੋਂ ਉੱਚਾ ਹੈ। ਇਹ ਮਨ, ਤਨ, ਇਹ ਪ੍ਰਾਣ, ਇਹ ਸਭ ਉਹਦਾ ਦਿੱਤਾ ਹੋਇਆ ਖਜ਼ਾਨਾ ਹੈ। ਸਾਰਾ ਜਹਾਨ ਉਹਦੇ ਹੁਕਮ ਦੇ ਸੂਤ ਵਿੱਚ ਪਰੋਇਆ ਹੋਇਆ ਹੈ, ਜਿਹਦੀ ਤੁਲਨਾ ਕਿਸੇ ਨਾਲ ਕੀਤੀ ਨਹੀਂ ਜਾ ਸਕਦੀ, ਜਿਹਦੀ ਮਿਸਾਲ ਦੂਜੀ ਕਿਸੇ ਨਾਲ ਦਿੱਤੀ ਨਹੀਂ ਜਾ ਸਕਦੀ। ਕਹਿਣ ਲੱਗੇ ਉਹ ਵੱਡੇ ਤੋਂ ਵੀ ਵੱਡਾ ਹੈ, ਉਹਦਾ ਭੇਦ ਕੋਈ ਜਾਣਦਾ ਨਹੀਂ, ਸਾਰੀ ਕਲਾ ਉਹਦੀ ਵਰਤ ਰਹੀ ਹੈ, ਜਿਹੜਾ ਸਾਡੀ ਅਕਲ ਤੋਂ ਪਰੇ ਹੈ। ਸਭ ਕਹਿੰਦੇ ਉਹਦਾ ਭੇਦ ਕੋਈ ਨਹੀਂ ਜਾਣਦਾ। ਇੱਕ ਜੀਬ ਤੋਂ, ਇੱਕ ਰਸਨਾ ਤੋਂ, ਇੱਕ ਜ਼ੁਬਾਨ ਤੋਂ ਮੈਂ ਉਹਦੇ ਕਿਹੜੇ-ਕਿਹੜੇ ਗੁਣ ਤੁਹਾਨੂੰ ਬਿਆਨ ਕਰਕੇ ਦੱਸਾਂ, ਉਹਦੇ ਗੁਣਾਂ ਦਾ ਅੰਤ ਪੈ ਹੀ ਨਹੀਂ ਸਕਦਾ। ਹਾਂ ਕੇ ਬਲ 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 ਸਦ ਬਲਿਹਾਰ। ਤੇ ਜਦੋਂ ਗੁਰੂ ਸਾਹਿਬ ਨੇ ਕਿਹਾ ਨਾ, ਏਕ ਜਿਹੀ ਕਿਆ ਬਖਾਨੈ, ਆ ਇੱਕ ਜੀ ਕੀ ਉਹਦੇ ਬਾਰੇ ਦੱਸੇਗਾ, ਤੇ ਪੁੱਛਿਆ ਸਤਿਗੁਰੂ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮਹਾਰਾਜ ਕਹਿੰਦੇ ਹਾਂ ਕਿ ਹਾਂਜੀ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਚਾਹੁੰਦਾ, ਬਲ 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 ਸਦ ਬਲਿਹਾਰ। ਮੈਂ ਤੇ ਇੱਕੋ ਗੱਲ ਕਹਿਣਾ ਚਾਹੁੰਦਾ ਵੀ ਉਹਦੇ ਤੋਂ ਬਲਿਹਾਰੇ ਜਾਵਾਂ, ਉਹਦੇ ਤੋਂ ਸਦਕੇ ਜਾਵਾਂ, ਉਹਦੇ ਤੋਂ ਕੁਰਬਾਨ ਜਾਵਾਂ, ਜਿਹਦੀ ਕੀਮਤ ਨਹੀਂ ਦੱਸੀ ਜਾ ਸਕਦੀ ਤੇ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਉਸ ਬੇਅੰਤ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਲੀਨ ਹੋਣ ਵਾਸਤੇ ਜੇ ਅਸੀਂ ਵੀ ਆਪਣਾ ਅਧਿਆਤਮਕ ਮੰਡਲ ਸਫਲ ਕਰਨ ਲਈ ਆਏ ਹਾਂ, ਮਨੁੱਖਾ ਜਨਮ ਸਵਾਰਨ ਆਏ ਹਾਂ, ਤਾਂ ਕਹਿੰਦੇ ਗੁਰਬਾਣੀ ਨਾਲ ਜੁੜ ਕੇ ਉਸ ਮਾਲਕ ਦੇ ਗੁਣ ਜਿਹੜੇ ਆ ਉਹ ਤੁਸੀਂ ਗਾਓ, ਉਹਦੇ ਨਾਮ ਦੀ ਦਾਤ ਮੰਗੋ, ਕਿਉਂਕਿ ਸਾਰਾ ਕੁਝ ਉਹਦੀ ਨਾਮ ਦੀ ਦਾਤ ਵਿੱਚੋਂ ਇੱਕ ਦਾਤ ਮਿਲ ਜਾਏ, ਦਾਨਾ ਸਿਰ ਦਾਨ ਨਾਮ ਦਾਨ। ਉਹ ਨਾਮ ਦੀ ਦਾਤ ਜਦੋਂ ਮਿਲੇਗੀ, ਸਾਰੀਆਂ ਬਖਸ਼ਿਸ਼ਾਂ, ਖੁਸ਼ੀਆਂ, ਰਹਿਮਤਾਂ ਸਾਨੂੰ ਨਾਮ ਵਿੱਚੋਂ ਹੀ ਮਿਲ ਜਾਣੀਆਂ ਨੇ। ਉਸ ਮਾਲਕ ਦੀ ਸੋਝੀ ਵੀ ਆਏਗੀ ਔਰ ਉਹਦੇ ਵਿੱਚ ਸਦਾ ਲਈ ਲੀਨ ਵੀ ਹੋ ਜਾਵਾਂਗੇ। ਤੇ ਜਿਸ ਨਾਮ ਦੇ ਸਦਕੇ ਇਹ ਬਖਸ਼ਿਸ਼ਾਂ ਮਿਲਣੀਆਂ, ਉਹ ਨਾਮ
ਫਿਰ ਮੰਗਤਾ ਬਣ ਕੇ, ਭਿਖਾਰੀ ਬਣ ਕੇ ਵੀ ਮੰਗਣਾ ਪੈ ਜਾਏ ਤੇ ਸਾਨੂੰ ਕੋਈ ਇਹਦੇ ਵਿੱਚ ਸ਼ਰਮ ਹਿਆ ਨਹੀਂ ਹੋਣੀ ਚਾਹੀਦੀ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਇਸ ਭਾਵਨਾ ਨਾਲ ਆਪਾਂ ਵੀ ਮੰਗ ਲਈਏ। ਆਪਣਾ ਨਾਮ ਦੇਹ, ਆਪਣਾ ਨਾਮ ਦੇਹ, ਵਿਸਰ ਨਹੀਂ ਦਾਤਾਰ, ਵਿਸਰ ਨਹੀਂ ਦਾਤਾਰ। ਆਪਣਾ ਨਾਮ ਦੇਹ, ਆਪਣਾ ਨਾਮ ਦੇਹ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਆਪਣਾ ਨਾਮ ਦੇਹ, ਆਪਣਾ ਨਾਮ ਦੇਹ। ਅਸੀਂ ਵੀ ਸੱਚੀ ਬਾਣੀ ਨਾਲ, ਸੱਚੇ ਨਾਮ ਨਾਲ ਜੁੜ ਕੇ ਬਲਿਹਾਰੇ ਜਾਈਏ, ਸਦਕੇ ਜਾਈਏ, ਕੁਰਬਾਨ ਹੋ ਜਾਈਏ। ਜਿਹਦੀਆਂ ਦਿੱਤੀਆਂ ਹੋਈਆਂ ਦਾਤਾਂ ਇਸ ਜੀਵਨ ਵਿੱਚ ਹੰਢਾ ਕੇ ਆਪਣੇ ਜੀਵਨ ਨੂੰ ਸੰਸਾਰ ਦੇ ਵਿੱਚ ਅਸੀਂ ਚਲਾ ਰਹੇ ਹਾਂ, ਉਸ ਮਾਲਕ ਦੇ ਸ਼ੁਕਰਾਨੇ 'ਚ ਨਾਮ ਦੇ ਅਭਿਆਸੀ ਬਣੀਏ, ਜਿਹਦੇ ਨਾਲ ਲੋਕ ਸੁਖੀਏ ਔਰ ਲੋਕ ਸੁਹੇਲੇ। ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਕੇ ਅੱਗੇ ਤੋਂ ਮਿਹਰ ਦਾ ਹੱਥ ਰੱਖਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਕੇ ਉਸ ਮਾਲਕ ਜੀ ਤੋਂ ਕੁਰਬਾਨ ਬਲਿਹਾਰੇ ਸਦਕੇ ਜਾਈਏ ਜੀ। ਜਨ ਨਾਨਕ ਭਗਤ ਦਰ, ਤੁਲ ਬ੍ਰਹਮ ਸਮਸਰ। ਏਕ ਜੀਹ ਕਿਆ ਬਖਾਨੈ, ਹਾਂ ਕੇ ਬਲ 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 ਸਦ ਬਲਿਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ। ਇਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ